The Sahota Show is brought to you by Mahindra Jewelers and Fibertech. ਦਾ ਸਹੋਤਾ ਸ਼ੋਅ ਦੇ ਵਿੱਚ ਦੂਰ ਦਰਾਡੇ ਨੇੜੇ ਬੈਠੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਦਾ ਸਵਾਗਤ ਹੈ। ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਨੇ ਮਹਿੰਦਰਾ ਜਿਊਲਰਸ, ਸਰੀ ਦੇ ਪਾਇਲ ਬਿਜ਼ਨਸ ਸੈਂਟਰ 'ਚ ਗਹਿਣਿਆਂ ਦੀ ਮਸ਼ਹੂਰ ਦੁਕਾਨ ਮਹਿੰਦਰਾ ਜਿਊਲਰਸ, ਜਿੱਥੋਂ ਕਿ ਗਹਿਣਿਆਂ ਦੇ ਨਵੇਂ ਤੋਂ ਨਵੇਂ ਡਿਜ਼ਾਈਨ ਅਤੇ ਖਰਾ ਸੋਨਾ ਮਿਲਦਾ। ਇਹਨਾਂ ਦੀ ਖਾਸੀਅਤ ਹੈ ਅਤੇ ਇਸ ਵਕਤ ਇਹਨਾਂ ਨੇ ਇੱਕ ਵਿਸ਼ੇਸ਼ ਆਫਰ ਚਲਾਈ ਹੋਈ ਆ ਕਿ ਤੁਸੀਂ 11 ਮਹੀਨੇ ਕੋਈ ਵੀ ਬੱਝਵੀਂ ਰਕਮ ਇਹਨਾਂ ਦੇ ਕੋਲ ਜਮ੍ਹਾਂ ਕਰਾਓ ਅਤੇ 12ਵੇਂ ਮਹੀਨੇ ਦੀ ਇਹ ਉੱਡੀ ਕਿਸ਼ਤ ਜਿਹੜੀ ਆ ਕੋਲੋਂ ਪਾ ਕੇ ਤੁਹਾਨੂੰ ਕੋਈ ਗਹਿਣਾ ਦੇਣਗੇ। ਇਹਨਾਂ ਦਾ ਸ਼ੋਅਰੂਮ ਦੇਖਣ ਲਈ ਪਹੁੰਚੋ, ਯੂਨਿਟ 332 8128 128 ਸਟਰੀਟ ਸਰੀ। ਅਤੇ ਜੇ ਵਟਸਐਪ 'ਤੇ ਵੀਡੀਓ ਕਾਲ ਕਰਕੇ ਔਨਲਾਈਨ ਗਹਿਣੇ ਦੇਖਣੇ ਅਤੇ ਖਰੀਦਣੇ ਹੋਣ ਤਾਂ ਇਹਨਾਂ ਦਾ ਨੰਬਰ ਸੇਵ ਕਰ ਲਓ 604 916 10 10। ਇਸ ਦੇ ਨਾਲ ਹੀ ਸਾਡੇ ਦੂਜੇ ਸਪੋਂਸਰ ਨੇ ਫਾਈਬਰਟੈਕ, ਪਲੰਬਿੰਗ ਦੀ ਦੁਨੀਆ 'ਚ ਵੱਡਾ ਨਾਂ। ਸਰੀ, ਵੈਨਕੂਵਰ, ਕੋਕਿਟਲਮ 3 ਥਾਵਾਂ ਤੋਂ ਇਹ ਸੇਵਾਵਾਂ ਦੇ ਰਹੇ ਆ, ਪਰ ਪੂਰੇ ਬ੍ਰਿਟਿਸ਼ ਕੋਲੰਬੀਆ 'ਚ ਸਮਾਨ ਡਿਲੀਵਰ ਕਰਦੇ ਆ। ਨਵਾਂ ਘਰ ਬਣਾਉਣਾ ਹੋਵੇ, ਟਾਊਨ ਹਾਊਸ ਜਾਂ ਕੰਡੋ ਪ੍ਰੋਜੈਕਟ ਸ਼ੁਰੂ ਕਰਨਾ, ਅਤੇ ਜਾਂ ਫਿਰ ਵੈਸੇ ਘਰ ਦੀ ਰੈਨੋਵੇਸ਼ਨ ਲਈ ਪਲੰਬਿੰਗ ਦਾ ਸਮਾਨ ਚਾਹੀਦਾ, ਟੂਟੀਆਂ, ਟੱਬ, ਟੋਲਸ ਵਗੈਰਾ, ਤਾਂ ਅੱਜ ਹੀ ਫਾਈਬਰਟੈਕ 'ਤੇ ਪਧਾਰੋ। ਇਹ ਆਪਣੀ ਖੁਦ ਦੀ ਫੈਕਟਰੀ 'ਚ ਆਪਣੇ ਟੱਬ ਜਿਹੜੇ ਆ ਤਿਆਰ ਕਰਦੇ ਆ, ਅਤੇ ਹੋਰ ਵੀ ਜਿਹੜਾ ਇਹਨਾਂ ਕੋਲ ਆਲਾ ਬ੍ਰਾਂਡਸ ਦੇ ਵਿੱਚ ਭਾਂਤ ਭਾਂਤ ਦਾ ਪਲੰਬਿੰਗ ਦਾ ਸਮਾਨ ਮਿਲਦਾ। ਐਡਰੈਸ ਹੈ 8247 130 ਸਟਰੀਟ ਸਰੀ, ਫੋਨ 604 507 2199। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਕਰੋਨਾ ਦੇ ਬਾਰੇ, ਕੈਨੇਡਾ ਦੇ ਵਿੱਚ ਕਰੋਨਾ ਬਾਰੇ ਜਿਹੜੀ ਕੀ ਅਪਡੇਟ ਆ। ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਸਰਕਾਰ ਬਦਲਣ ਜਾ ਰਹੀ ਆ, ਉਹਦੇ ਬਾਰੇ ਕੀ ਗੱਲਾਂ ਚੱਲ ਰਹੀਆਂ ਆ, ਅਤੇ ਫੇਸਬੁੱਕ ਦੇ ਹੈੱਡਕੁਆਟਰ ਅੱਗੇ ਇਸ ਵੇਲੇ ਮੁਜ਼ਾਹਰਾ ਹੋ ਰਿਹਾ, ਉਹਦੀ ਅਸੀਂ ਤੁਹਾਨੂੰ ਕੋਈ ਝਲਕ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਅਤੇ ਕਿਸਾਨ ਮੋਰਚੇ ਬਾਰੇ ਸੁਪਰੀਮ ਕੋਰਟ ਦੇ ਜੱਜਸ ਦਾ ਕੀ ਕਹਿਣਾ ਆ, ਗੱਲ ਕਿੱਧਰ ਨੂੰ ਜਾ ਰਹੀ ਆ। ਕੇਜਰੀਵਾਲ ਸਾਹਿਬ ਨੇ ਅੱਜ ਖੇਤੀ ਬਿੱਲਾਂ ਦੀਆਂ ਕਾਪੀਆਂ ਵਿਧਾਨ ਸਭਾ 'ਚ ਕਿਉਂ ਪਾੜੀਆਂ, ਸਨੀ ਦਿਓਲ ਨੂੰ ਖਤਰਾ ਕਿਉਂ ਵੱਧ ਗਿਆ, ਅਤੇ ਇਸ ਦੇ ਨਾਲ ਹੀ ਮਿਲਮੀਆਂ ਜੁਲਮੀਆਂ ਕੁਝ ਹੋਰ ਲੈ ਕੇ ਖਬਰਾਂ ਸਹੋਤਾ ਸ਼ੋਅ ਦੇ ਵਿੱਚ ਹੁਣੇ ਹੀ ਸ਼ਾਮਲ ਹੁੰਦੇ ਹਾਂ। ਤਾਂ ਸਹੋਤਾ ਸ਼ੋਅ ਦੇ ਵਿੱਚ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਆ। ਜਿਵੇਂ ਕਿ ਆਪਾਂ ਗੱਲ ਕਰ ਰਹੇ ਸੀ ਕਿ ਕਰੋਨਾ ਦੇ ਕੇਸ ਜਿਹੜੇ ਆ ਪੂਰੇ ਕੈਨੇਡਾ ਦੇ ਵਿੱਚ ਹਾਲੇ ਵੀ ਵੱਧਦੇ ਜਾ ਰਹੇ ਆ। ਅੰਟਾਰੀਓ ਜਿਹੜਾ ਸੂਬਾ ਆ, ਉੱਥੇ ਬੇਸ਼ੱਕ ਲੋਕਡਾਊਨ ਕੀਤਾ ਹੋਇਆ, ਸਖਤੀ ਕਾਫੀ ਵਧਾਈ ਹੋਈ ਆ, ਪਰ ਉੱਥੋਂ ਦੇ ਜਿਹੜੇ ਸਿਹਤ ਮਾਹਰ ਆ ਬਹੁਤ ਚਿੰਤਤ ਨੇ ਕਿ ਕਰੋਨਾ ਦੇ ਕੇਸ ਜਿਹੜੇ ਆ ਹੋਰ ਵੱਧ ਰਹੇ ਆ। ਹਾਲ ਜਿਹੜਾ BC ਅਤੇ ਅਲਬਰਟਾ ਦੇ ਵਿੱਚ ਵੀ ਕੋਈ ਬਹੁਤਾ ਵਧੀਆ ਨਹੀਂ ਹੈਗਾ। ਲੋਕ ਜਿਹੜੇ ਆ ਸੰਜੀਦਾ ਨਹੀਂ ਹੋ ਰਹੇ। ਹਰ ਰੋਜ਼ ਜਿਹੜਾ ਆ ਕਿਸੇ ਨਾ ਕਿਸੇ ਜਾਣਕਾਰ ਨੂੰ ਕਰੋਨਾ ਜਿਹੜਾ ਹੋ ਰਿਹਾ ਆ। ਬਹੁਤ ਸਾਰੇ ਲੋਕ ਤਾਂ ਹੁਣ ਇਹੋ ਜਿਹੇ ਵੀ ਆ ਕਿ ਜਿਨ੍ਹਾਂ ਨੇ ਦੱਸਿਆ ਹੀ ਠੀਕ ਹੋਣ ਤੋਂ ਬਾਅਦ। ਅੱਗੇ ਤਾਂ ਸੀ ਗੱਲ ਕਿ ਤੁਸੀਂ ਜਾਣਦੇ ਨਹੀਂ ਸੀ ਕਿਸੇ ਨੂੰ ਕਿ ਕਰੋਨਾ ਹੋਇਆ ਕਿਹਨੂੰ ਆ। ਹੁਣ ਹਰੇਕ ਬੰਦਾ ਕਿਸੇ ਨਾ ਕਿਸੇ ਅਜਿਹੇ ਸ਼ਖਸ ਨੂੰ ਆਪਣੀ ਰਿਸ਼ਤੇਦਾਰੀ ਦੇ ਵਿੱਚੋਂ ਜਾਂ ਜਾਣ ਪਛਾਣ ਵਿੱਚੋਂ ਜਾਣਦਾ ਆ ਜਿਨ੍ਹਾਂ ਨੂੰ ਕਰੋਨਾ ਹੋਇਆ ਜਾਂ ਹੋ ਕੇ ਹਟ ਚੁੱਕਾ ਆ। ਸੋ ਇਹ ਇੱਕ ਗੰਭੀਰ ਰੋਗ ਬਹੁਤ ਲਾਗੇ ਆ, ਅਤੇ ਕੈਨੇਡਾ ਸਰਕਾਰ, ਕੈਨੇਡਾ ਦੇ ਸਿਹਤ ਅਧਿਕਾਰੀ ਜਿਹੜੇ ਆ ਉਹ ਇਸ ਗੱਲ ਨੂੰ ਲੈ ਕੇ ਚਿੰਤਤ ਨੇ ਕਿ ਲੋਕਾਂ ਨੇ ਜਿਵੇਂ ਗਰਮੀਆਂ ਦੇ ਵਿੱਚ ਇਸ ਸਭ ਦੇ ਬਾਰੇ ਬਹੁਤ ਸੰਜੀਦਗੀ ਦੇ ਨਾਲ ਵਿਚਾਰ ਕੀਤਾ ਸੀਗਾ, ਆਪਣੇ ਆਪ ਨੂੰ ਸੰਭਾਲਿਆ ਸੀ, ਉਹ ਜਿਹੜੀ ਸੰਜੀਦਗੀ ਆ, ਉਹ ਗੰਭੀਰਤਾ ਹੁਣ ਗਾਇਬ ਹੈਗੀ ਹੈ। ਅਤੇ ਗਾਂਹ ਹੌਲੀਡੇਜ਼ ਆ ਰਹੀਆਂ, ਛੁੱਟੀਆਂ ਆ ਰਹੀਆਂ ਆ, ਅਤੇ ਉਹਦੇ ਵਿੱਚ ਕਹਿੰਦੇ ਕਿਤੇ ਉਹੀ ਗੱਲ ਨਾ ਹੋਵੇ ਕਿ ਕੇਸ ਜਿਹੜੇ ਵੱਧ ਜਾਣ। ਵੈਕਸੀਨ ਬੇਸ਼ੱਕ ਆ ਚੁੱਕਿਆ ਆ, ਲੱਗ ਰਿਹਾ ਆ, ਪਰ ਫਿਰ ਵੀ ਹਾਲੇ ਉਹ ਕਹਿੰਦੇ ਸਤੰਬਰ ਤੱਕ, ਅਗਲੇ ਸਾਲ ਦੀ ਤੱਕ ਖਤਰਾ ਹੀ ਖਤਰਾ ਆ, ਕਿਉਂਕਿ ਜਿੰਨਾ ਚਿਰ ਸਾਰੀ ਜਿਹੜੀ ਪਬਲਿਕ ਆ ਉਹਨਾਂ ਦੇ ਕਰੋਨਾ ਵੈਕਸੀਨ ਨਹੀਂ ਲੱਗ ਜਾਂਦੇ, ਇਹ ਭਵਾਰਾ ਜਿਹੜਾ ਆ ਹਾਲੇ ਫੈਲ ਸਕਦਾ ਆ। ਸੋ ਉਹਨਾਂ ਨੇ ਵਾਰ-ਵਾਰ ਜਿਹੜੀਆਂ ਇਹੀ ਬੇਨਤੀਆਂ ਕੀਤੀਆਂ ਆ ਕੈਨੇਡਾ ਦੇ ਸਿਹਤ ਅਧਿਕਾਰੀਆਂ ਨੇ ਪੂਰੇ ਮੁਲਕ ਦੇ ਵਾਸੀਆਂ ਨੂੰ ਕਿ ਤੁਸੀਂ ਬਚ ਕੇ ਰਹੋ, ਜਿਹੜੀਆਂ ਸਾਵਧਾਨੀਆਂ ਤੁਹਾਨੂੰ ਵਰਤਣ ਲਈ ਕਿਹਾ ਹੋਇਆ ਉਹ ਜ਼ਰੂਰ ਵਰਤੋ ਤਾਂ ਕਿ ਕਰੋਨਾ ਨੂੰ ਅਸੀਂ ਖਤਮ ਕਰ ਸਕੀਏ। ਅਮਰੀਕਾ ਦੇ ਵਿੱਚ ਚੋਣਾਂ ਜਿਹੜੀਆਂ ਆ ਹੋਈਆਂ, ਉਸ ਤੋਂ ਬਾਅਦ ਨਤੀਜੇ ਆਉਣੇ ਸ਼ੁਰੂ ਹੋਏ। ਜੋ ਬਾਈਡਨ ਹੁਣੀ ਅੱਗੇ ਚੱਲ ਗਏ, ਹੁਣ ਤਾਂ ਇਲੈਕਟਰਲ ਕਾਲਜ ਵੱਲੋਂ ਸਰਟੀਫਿਕੇਟ ਵੀ ਮਿਲ ਗਿਆ ਉਹਨਾਂ ਨੂੰ ਬਕਾਇਦਾ ਜਿੱਤ ਦਾ। ਅਤੇ ਬਹੁਤ ਇਹਨਾਂ ਚੋਣਾਂ ਦੇ ਵਿੱਚ ਗਰਮਾ ਗਰਮੀ ਰਹੀ ਇਸ ਵਾਰ, ਅਤੇ ਟਰੰਪ ਹੁਣੀ ਐਂਡ ਤੱਕ ਨਹੀਂ ਮੰਨੇ ਜਾ ਕੇ ਕਿ ਮੈਂ ਹਾਰ ਗਿਆ ਆ। ਹਾਲੇ ਵੀ ਉਹ ਇਹੀ ਕਹੀ ਜਾ ਰਹੇ ਆ ਕਿ ਚੋਣਾਂ ਦੇ ਵਿੱਚ ਘਪਲਾ ਹੋਇਆ ਆ। ਹੁਣ ਜਦੋਂ ਰਾਸ਼ਟਰਪਤੀ ਚੁਣਿਆ ਜਾਣਾ ਆ, ਚੁਣਿਆ ਗਿਆ ਆ, ਕਿਉਂਕਿ ਬਾਈਡਨ ਹੁਣੀ ਇਲੈਕਟ ਹੋ ਚੁੱਕੇ ਆ, ਪਰ ਉਹਨਾਂ ਨੇ ਹਜੇ ਰਾਸ਼ਟਰਪਤੀ ਬਣਨਾ ਆ, ਅਤੇ ਬਣਨ ਲਈ ਉਹਨਾਂ ਨੂੰ ਸਹੁੰ ਚੁੱਕਣੀ ਪੈਣੀ ਆ, ਹਲਫ ਲੈਣਾ ਪੈਣਾ ਆ, ਅਤੇ ਉਸ ਸਮਾਗਮ ਦੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ। ਅਤੇ ਜਦੋਂ ਅਮਰੀਕਾ ਦਾ ਰਾਸ਼ਟਰਪਤੀ ਹਲਫ ਲਵੇ ਤਾਂ ਉਦੋਂ ਪੂਰੀ ਦੁਨੀਆ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਹੁੰਦਾ ਇਹ, ਅਤੇ ਬਹੁਤ ਸਾਰੇ ਲੋਕ ਜਿਹੜੇ ਆ ਦੂਰੋਂ ਨੇੜਿਓਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਉਂਦੇ ਆ। ਜਿਹੜੇ ਬੀਤੇ ਦੇ ਵਿੱਚ ਅਜਿਹੇ ਸਮਾਗਮ ਹੋਏ ਆ ਉਹਨਾਂ ਦੇ ਵਿੱਚ ਲੱਖਾਂ ਲੋਕਾਂ ਨੇ ਭਾਗ ਲਿਆ।
ਅਮਰੀਕਾ ਦੇ ਕੋਨੇ-ਕੋਨੇ 'ਚੋਂ ਨਹੀਂ ਬਲਕਿ ਦੁਨੀਆ ਦੇ ਕੋਨੇ-ਕੋਨੇ 'ਚੋਂ ਜਿਹੜੇ ਡਿਗਨਟਰੀਜ਼ ਨੇ, ਪਤਵੰਤੇ ਨੇ, ਉਹਨਾਂ ਨੂੰ ਇਸ ਸਮਾਗਮ ਵਿੱਚ ਸੱਦਿਆ ਜਾਂਦਾ। ਬਕਾਇਦਾ ਟਿਕਟਾਂ ਜਿਹੜੀਆਂ ਆਮ ਲੋਕਾਂ ਲਈ ਵੀ ਵੇਚੀਆਂ ਜਾਂਦੀਆਂ। ਪਿਛਲੀ ਵਾਰੀ ਟਰੰਪ ਉਹਨਾਂ ਦੇ ਸਮਾਗਮ ਵਿੱਚ 2 ਲੱਖ ਤੋਂ ਉੱਪਰ ਲੋਕ ਜਿਹੜੇ ਆ ਉਹ ਇਕੱਠੇ ਹੋਏ ਸੀਗੇ। ਪਰ ਹੁਣ ਇਸ ਵਾਰੀ ਕਰੋਨਾ ਦੇ ਕਰਕੇ ਜਿਹੜੇ ਆ ਇਹ ਸਮਾਗਮ ਕਰਾਉਣ ਵਾਲੀ ਕਮੇਟੀ ਆ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਨਾਗੂਰੇਸ਼ਨ ਕਮੇਟੀ, ਇਹਦਾ ਕਹਿਣਾ ਹੈ ਕਿ ਸਮਾਗਮ ਬਹੁਤ ਛੋਟਾ ਹੋਣਾ ਆ। ਲੱਖਾਂ ਦਾ ਕੀ, ਸ਼ਾਇਦ ਹਜ਼ਾਰਾਂ ਦੇ ਵਿੱਚ ਵੀ ਗਿਣਤੀ ਨਾ ਹੋਵੇ। 1000 ਤੋਂ ਘੱਟ ਗਿਣਤੀ ਰੱਖਣ ਦੀ ਗੱਲ ਜਿਹੜੀ ਆ ਉਹ ਆਖੀ ਜਾ ਰਹੀ ਆ। ਇਹ ਵੀ ਕਿਹਾ ਜਾ ਰਿਹਾ ਆ ਕਿ 1000 ਤੋਂ ਵੀ ਸ਼ਾਇਦ ਬੰਦੇ ਥੋੜ੍ਹੇ ਹੋਣ। ਬਹੁਤ ਹੀ ਗਿਣਵੇਂ ਚੁਣਵੇਂ ਜਿਹੜੇ ਆ ਲੋਕ ਇਸ ਸਮਾਰੋਹ ਦੇ ਵਿੱਚ ਸੱਦੇ ਜਾਣਗੇ ਤਾਂ ਕਿ ਕਰੋਨਾ ਜਿਹੜਾ ਆ ਫੈਲੇ ਨਾ। ਸੋ ਇਹ ਜਿਹੜੇ ਰਾਸ਼ਟਰਪਤੀ ਚੁਣੇ ਗਏ ਜੋ ਬਾਈਡਨ ਆ, ਉਹਨਾਂ ਨੇ ਤਾਂ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਸਮਾਗਮ ਦੇ ਵਿੱਚ ਸਹੁੰ ਚੁੱਕਣੀ ਆ। ਇਸੇ ਕਰਕੇ ਤੁਸੀਂ ਦੇਖ ਰਹੇ ਹੋ ਕਿ ਅਮਰੀਕਾ ਦੀ ਸਿਆਸਤ ਵਿੱਚ ਹਲੇ ਬਹੁਤਾ ਕੁਝ ਹੋ ਨਹੀਂ ਰਿਹਾ। ਟ੍ਰਾਂਜੀਸ਼ਨ ਚੱਲ ਰਹੀ ਹੈ। ਟਰੰਪ ਪ੍ਰਸ਼ਾਸਨ ਜਿਹੜਾ ਆ ਹੌਲੀ ਹੌਲੀ ਆਪਣਾ ਜਿਹੜਾ ਭਾਰ ਆ ਉਹ ਮੋਢਿਆਂ ਤੋਂ ਲਾਹ ਕੇ ਬਾਈਡਨ ਪ੍ਰਸ਼ਾਸਨ ਨੂੰ ਦੇ ਰਿਹਾ ਆ। ਪੂਰੀ ਟ੍ਰਾਂਜੀਸ਼ਨ ਹੋਏ ਦੇ ਉੱਤੇ ਫਿਰ ਕੰਮ ਜਿਹੜਾ ਚੱਲਣਾ, ਜੋ ਬਿਆਨਬਾਜ਼ੀ ਸ਼ਾਇਦ ਅਸੀਂ ਉਡੀਕ ਰਹੇ ਹਾਂ ਕਿਸਾਨ ਮੋਰਚੇ ਦੇ ਸੰਬੰਧ ਵਿੱਚ ਵੀ, ਉਹ ਵੀ ਸ਼ਾਇਦ ਫਿਰ ਅਗਾਂਹ ਚੱਲ ਕੇ ਜਿਹੜੀ ਆਪਾਂ ਨੂੰ ਸੁਣਨ ਨੂੰ, ਦੇਖਣ ਨੂੰ ਮਿਲ ਸਕਦੀ ਆ। ਇਸੇ ਦੌਰਾਨ ਟਰੰਪ ਹੁਣੀ ਫਲੋਰੀਡਾ ਦੇ ਵਿੱਚ ਜਾ ਕੇ ਲੌਂਗ ਬੀਚ ਸ਼ਹਿਰ ਦੇ ਵਿੱਚ ਆਪਣੀ ਰਿਹਾਇਸ਼ ਬਣਾਉਣ ਦਾ ਜਿਹੜਾ ਆ ਉਹਨਾਂ ਨੇ ਐਲਾਨ ਕੀਤਾ ਹੋਇਆ। ਇੱਕ 17 ਏਕੜ ਦੇ ਵਿੱਚ ਉਹਨਾਂ ਦਾ ਇੱਕ ਆਲੀਸ਼ਾਨ ਜਿਹੜਾ ਆ ਉਹ ਕਲੱਬ ਹੈਗਾ ਆ, ਜਿੱਥੇ ਮੈਰੋ ਲਾਗੋ ਕਲੱਬ ਨੂੰ ਕਹਿੰਦੇ ਆ। ਉੱਥੇ ਜਾ ਕੇ ਉਹਨਾਂ ਦਾ ਰਹਿਣ ਦਾ ਪ੍ਰੋਗਰਾਮ ਆ, ਪਰ ਉਹਨਾਂ ਦੇ ਗੁਆਂਢੀ ਵੱਲੋਂ ਇਸ ਨੂੰ ਰੋਕਿਆ ਜਾ ਰਿਹਾ ਆ। ਉਹਨਾਂ ਦਾ ਗੁਆਂਢੀ ਜਿਹੜਾ ਆ ਉਹ ਇਸ ਨੂੰ ਲੈ ਕੇ ਬਕਾਇਦਾ ਅਦਾਲਤ ਵਿੱਚ ਚਲੇ ਗਿਆ ਆ। ਉਹ ਕਹਿੰਦੇ ਵੀ ਟਰੰਪ ਉਹਨਾਂ ਨੇ ਜਿਹੜਾ ਇਹ ਕਲੱਬ ਬਣਾਇਆ ਸੀਗਾ ਅਤੇ 1990 ਦੇ ਵਿੱਚ ਇਹਦੇ ਐਗਰੀਮੈਂਟ ਦੇ ਹਿਸਾਬ ਦੇ ਨਾਲ ਇਹ ਸਮਝੌਤੇ 'ਚ ਲਿਖਿਆ ਗਿਆ ਸੀਗਾ ਕਿ ਇਹ ਇੱਕ ਬਿਜ਼ਨਸ ਹੈਗਾ ਆ ਅਤੇ ਇੱਥੇ ਕਦੀ ਵੀ ਕੋਈ ਵਿਅਕਤੀ ਜਿਹੜਾ ਆ ਰਿਹਾਇਸ਼ ਨਹੀਂ ਕਰੂਗਾ ਸਣੇ ਇਸ ਦੇ ਮਾਲਕ ਦੇ। ਉਹ ਕਹਿੰਦੇ ਇਸ ਕਰਕੇ ਟਰੰਪ ਹੁਣੀ ਜਿਹੜੇ ਇੱਥੇ ਰਹਿ ਨਹੀਂ ਸਕਦੇ ਅਤੇ ਇਸ ਕਰਕੇ ਉਹ ਅਦਾਲਤ ਵਿੱਚ ਗਏ ਆ ਕਿ ਜਿਵੇਂ ਟਰੰਪ ਹੁਣੀ ਕਹਿ ਰਹੇ ਆ ਕਿ ਉਹਨਾਂ ਨੇ ਇੱਥੇ ਆਪਣੀ ਰਿਹਾਇਸ਼ ਰੱਖਣੀ ਆ, ਉਹ ਰਿਹਾਇਸ਼ ਇੱਥੇ ਰੱਖਣ ਦੀ ਆਗਿਆ ਨਾ ਹੋਵੇ। ਇਹਦੇ ਪਿੱਛੇ ਕਾਰਨ ਉਹਨਾਂ ਨੇ ਇਹ ਦੱਸਿਆ ਕਿ ਜਦੋਂ ਟਰੰਪ ਹੁਣੀ ਇਸ ਇਲਾਕੇ ਵਿੱਚ ਰਹਿਣਗੇ ਤਾਂ ਇੱਥੇ ਜਿਹੜੀ ਸਿਕਿਉਰਿਟੀ ਬਹੁਤ ਹਾਈ ਹੋ ਜਾਣੀ ਆ। ਆਮ ਲੋਕਾਂ ਨੇ ਦੀ ਪ੍ਰਾਈਵੇਸੀ ਜਿਹੜੀ ਉਹ ਖਤਮ ਹੋ ਜਾਣੀ ਆ। ਇਸ ਕਰਕੇ ਇਸ ਇਲਾਕੇ ਦੀਆਂ ਕੀਮਤਾਂ ਜਿਹੜੀਆਂ ਡਿੱਗ ਪੈਣਗੀਆਂ। ਇਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਟਰੰਪ ਹੁਣੀ ਇੱਥੇ ਆ ਕੇ ਰਹਿਣ। ਅਤੇ ਆਲਰੇਡੀ ਉਹਨਾਂ ਨੇ ਆਪਣੀ ਸ਼ਿਕਾਇਤ ਵਿੱਚ ਇਹ ਗੱਲ ਵੀ ਦਰਜ ਕਰਾਈ ਆ ਕਿ ਹੁਣ ਤੋਂ ਹੀ ਇੱਥੇ ਸਿਕਿਉਰਿਟੀ ਸਿਸਟਮ ਲਾ ਦਿੱਤੇ ਗਏ ਆ। ਮਾਈਕ੍ਰੋਵੇਵ ਸਿਸਟਮ ਜਿਹੜਾ ਲਾਗੂ ਕੀਤਾ ਗਿਆ ਅਤੇ ਉਹ ਕਹਿੰਦੇ ਵੀ ਮੈਨੂੰ ਮਾਈਕ੍ਰੋਵੇਵ ਦੇ ਨਾਲ ਜਿਹੜੀ ਆ ਪ੍ਰੋਬਲਮ ਆ, ਮੇਰੀ ਸਿਹਤ ਸਮੱਸਿਆ ਇਹਦੇ ਨਾਲ ਸ਼ੁਰੂ ਹੋ ਗਈ ਆ। ਇਸ ਕਰਕੇ ਅਦਾਲਤ ਨੂੰ ਮੈਂ ਕਹਿੰਦਾ ਕਿ ਲੌਂਗ ਬੀਚ ਸਿਟੀ ਜਿਹੜੀ ਆ ਉਹਨਾਂ ਨੂੰ ਇਹ ਕਿਹਾ ਜਾਵੇ ਕਿ ਟਰੰਪ ਨੂੰ ਇੱਥੇ ਰਹਿਣ ਦੀ ਆਗਿਆ ਨਾ ਦਿੱਤੀ ਜਾਵੇ। ਸੋ ਇਹੋ ਜਿਹਾ ਕੁਛ ਅਮਰੀਕਾ ਦੇ ਵਿੱਚ ਹੋ ਰਿਹਾ। ਪਰ ਇਸ ਦੇ ਨਾਲ ਹੀ ਅਮਰੀਕਾ ਦੇ ਵਿੱਚ ਜਿਵੇਂ ਆਪਾਂ ਇੱਕ ਦਿਨ ਅੱਗੇ ਦੱਸਿਆ ਸੀਗਾ ਕਿ ਫੇਸਬੁੱਕ ਦੇ ਉਲਟ ਜਿਹੜੀਆਂ ਇੱਥੋਂ ਦੀਆਂ ਸਿੱਖ ਜਥੇਬੰਦੀਆਂ ਨੇ, ਪੰਜਾਬੀ ਆ, ਉਹ ਮੁਜ਼ਾਹਰਾ ਕਰਨ ਜਾ ਰਹੇ ਆ। ਫੇਸਬੁੱਕ ਜਿਹੜੀ ਇਸ ਵੇਲੇ ਸ਼ਰੇਆਮ 'ਤੇ ਦੋਸ਼ ਲੱਗ ਰਹੇ ਆ ਕਿਉਂਕਿ ਉਹ ਜੀਓ ਅੰਬਾਨੀ ਦੇ ਨਾਲ ਪਾਰਟਨਰ ਆ ਅਤੇ ਇਸ ਕਰਕੇ ਬਹੁਤ ਸਾਰਾ ਉਹ ਮਟੀਰੀਅਲ ਜਿਹੜਾ ਕਿ ਹਿੰਦੂ ਕੱਟੜਪੰਥੀ ਇਹਦੇ ਉੱਤੇ ਪੋਸਟ ਕਰਦੇ ਆ, ਉਹਨੂੰ ਜਿਹੜਾ ਚਲਾਇਆ ਜਾਂਦਾ। ਹਾਲਾਂਕਿ ਉਹ ਬਹੁਤ ਇਤਰਾਜ਼ਯੋਗ ਹੁੰਦਾ, ਉਹਦੇ ਵਿੱਚ ਨਫ਼ਰਤੀ ਗੱਲਾਂ ਹੁੰਦੀਆਂ, ਪਰ ਉਹਨੂੰ ਬਿਲਕੁਲ ਵੀ ਰੋਕਿਆ ਨਹੀਂ ਜਾਂਦਾ। ਦੂਜੇ ਪਾਸੇ ਆਮ ਲੋਕ ਜਿਹੜੇ ਆ ਕੋਈ ਰੈਗੂਲਰ ਕੌਮੈਂਟ ਵੀ ਕਰਦੇ ਆ, ਕਿਤੇ ਉਹ ਲਾਈਕ ਜਾਂ ਸ਼ੇਅਰ ਵੀ ਕਰਦੇ ਆ, ਤਾਂ ਉਹਨਾਂ ਦੀਆਂ ਪੋਸਟਾਂ ਹੀ ਨਹੀਂ ਉਹਨਾਂ ਨੂੰ ਪੇਜਾਂ ਤੋਂ ਵੀ ਬਲੌਕ ਕਰ ਦਿੱਤਾ ਜਾਂਦਾ। ਅਤੇ ਇਹ ਦੋਸ਼ ਲਾਏ ਜਾ ਰਹੇ ਆ ਫੇਸਬੁੱਕ ਦੇ ਉੱਤੇ ਕਿ ਫੇਸਬੁੱਕ ਜਿਹੜੀ ਆ ਉਹ ਭਾਰਤੀ ਹਿੰਦੂ ਕੱਟੜਪੰਥੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਕੇ ਰਹਿ ਗਈ ਆ। ਇਸ ਸੰਬੰਧੀ ਸਿਲੀਕਨ ਵੈਲੀ ਕੈਲੀਫੋਰਨੀਆ ਦੇ ਵਿੱਚ ਮੈਨਲੋ ਪਾਰਕ ਵਿਖੇ ਇਸ ਵੇਲੇ ਫੇਸਬੁੱਕ ਦੇ ਦਫ਼ਤਰ ਦੇ ਅੱਗੇ ਜਿਹੜਾ ਕਿ ਵਨ ਹੈਕਰਵੇ ਦੇ ਉੱਤੇ ਸਥਿਤ ਆ, ਮੁਜ਼ਾਹਰਾ ਹੋ ਰਿਹਾ ਆ। ਆਓ ਤੁਹਾਨੂੰ ਇਹ ਝਲਕ ਦਿਖਾਉਂਦੇ ਹਾਂ।
ਕਿਸਾਨ ਮੋਰਚਾ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਤੁਸੀਂ ਦੇਖਿਆ ਕਿ ਫੇਸਬੁੱਕ ਤੇ ਦਫ਼ਤਰ ਅੱਗੇ ਪੰਜਾਬੀ ਮੁਜ਼ਾਹਰਾ ਕਰ ਰਹੇ ਆ। ਇਹਦੇ ਨਾਲ ਹੀ ਜਿਹੜੀਆਂ ਸਾਰੀਆਂ ਨਜ਼ਰਾਂ ਆ ਉਹ ਸੁਪਰੀਮ ਕੋਰਟ ਵੱਲ ਲੱਗੀਆਂ ਹੋਈਆਂ ਸੀ, ਭਾਰਤੀ ਸੁਪਰੀਮ ਕੋਰਟ ਵੱਲ, ਕਿਉਂਕਿ ਕਈ ਜਿਹੜੇ ਆ ਮਾਮਲੇ ਕਿਸਾਨ ਮੋਰਚੇ ਨਾਲ ਸੰਬੰਧਿਤ ਜਿਹੜੇ ਆ ਉਹ ਸੁਣਨ ਵਾਲੇ ਪਏ ਆ। ਤੇ ਸੁਪਰੀਮ ਕੋਰਟ ਦੇ ਜੱਜਸ ਨੇ ਇਹੀ ਕਿਹਾ ਕਿ ਕਿਸਾਨ ਅੰਦੋਲਨ ਜਿਹੜਾ ਬਹੁਤ ਜਲਦੀ ਕੌਮੀ ਮੁੱਦਾ ਬਣਨ ਵਾਲਾ ਆ। ਇਹ ਇੱਕ ਬਹੁਤ ਹੀ ਵੱਡਾ ਇਸ਼ਾਰਾ ਆ ਕਿ ਭਾਰਤ ਭਰ ਦੇ ਵਿੱਚ ਇਹ ਮੁੱਦਾ ਬਣ ਜਾਵੇਗਾ। ਭਾਰਤ ਭਰ ਦੇ ਹੋਰ ਲੋਕ ਜਿਹੜੇ ਆ ਇਹਦੇ ਨਾਲ ਜੁੜਨਗੇ, ਕਿਉਂਕਿ ਇਹ ਕਿਤੇ ਨਾ ਕਿਤੇ ਉਹਨਾਂ ਦੇ ਦਰਦ ਦੀ ਗੱਲ ਕਰਦਾ ਆ। ਤੇ ਇਸ ਕਰਕੇ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਇਹਦਾ ਜਿਹੜਾ ਜਲਦ ਤੋਂ ਜਲਦ ਗੱਲਬਾਤ ਦੇ ਰਾਹੀਂ ਹੱਲ ਜਿਹੜਾ ਆ ਨਿਕਲਣਾ ਚਾਹੀਦਾ ਆ। ਤੇ ਸਿਖਰਲੀ ਅਦਾਲਤ ਇਹ ਕਹਿੰਦੀ ਹੈ ਕਿ ਹਾਲੇ ਤੱਕ ਜਿਹੜੀ ਗੱਲਬਾਤ ਕੀਤੀ ਗਈ ਹੈ ਜਾਂ ਕੋਸ਼ਿਸ਼ਾਂ ਕੀਤੀਆਂ ਗਈਆਂ ਆ ਉਹ ਕੰਮ ਨਹੀਂ ਕਰ ਰਹੀਆਂ। ਇਸ ਕਰਕੇ ਹੋਰ ਕੋਸ਼ਿਸ਼ਾਂ ਜਿਹੜੀਆਂ ਉਹ ਕੀਤੀਆਂ ਜਾਣ। ਹਾਲਾਂਕਿ ਮੰਗ ਇਹ ਕੀਤੀ ਗਈ ਸੀ ਕਿ ਸੁਪਰੀਮ ਕੋਰਟ ਆਦੇਸ਼ ਕਰੇ ਤੇ ਜਿਹੜੇ ਮੋਰਚੇ ਆ ਇੱਥੋਂ ਚੱਕੇ ਜਾਣ, ਪਰ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਨਹੀਂ, ਇਹ ਜਿਹੜੇ ਮੋਰਚੇ ਬਣਾਏ ਹੋਏ ਲੋਕਾਂ ਨੇ ਆ ਜਿਹੜੇ ਰੋਸ ਪ੍ਰਦਰਸ਼ਨ ਕਰ ਰਹੇ ਆ, ਇਹਨਾਂ ਦਾ ਸੰਵਿਧਾਨਕ ਹੱਕ ਆ। ਤੇ ਜਿੰਨਾ ਚਿਰ ਸ਼ਾਂਤਮਈ ਆ, ਕੋਈ ਭੰਨਤੋੜ ਨਹੀਂ ਕਰਦੇ, ਕੋਈ ਹਿੰਸਕ ਮੁਜ਼ਾਹਰਾ ਨਹੀਂ ਕਰਦੇ, ਉਨਾ ਚਿਰ ਇਹਨਾਂ ਨੂੰ ਪੂਰਨ ਹੱਕ ਆ ਕਿ ਇੱਥੇ ਆਪਣਾ ਰੋਸ ਪ੍ਰਦਰਸ਼ਨ ਜਿਹੜੇ ਕਿਸਾਨ ਆ ਉਹ ਕਰ ਸਕਦੇ ਆ। ਤੇ ਇਸ ਦੇ ਨਾਲ ਹੀ ਜਿਹੜੀ ਸੁਪਰੀਮ ਕੋਰਟ ਆ ਉਹਨੇ ਇੱਕ ਸੁਝਾਅ ਵਜੋਂ ਗੱਲ ਕੀਤੀ ਆ, ਆਦੇਸ਼ ਨਹੀਂ ਦਿੱਤਾ, ਸੁਝਾਅ ਵਜੋਂ ਗੱਲ ਕੀਤੀ ਆ ਕਿ ਖੇਤੀ ਮਾਹਰਾਂ ਦੀ ਕਮੇਟੀ ਜਿਹੜੀ ਆ ਬਣਾਉਣੀ ਚਾਹੀਦੀ ਆ। ਕਿਸਾਨ ਜਥੇਬੰਦੀਆਂ ਉਹਦੇ ਵਿੱਚ ਸ਼ਾਮਲ ਹੋਣ, ਸਰਕਾਰ ਦੇ ਜਿਹੜੇ ਨੁਮਾਇੰਦੇ ਉਹ ਸ਼ਾਮਲ ਹੋਣ, ਤਾਂ ਕਿ ਸਾਰੀਆਂ ਧਿਰਾਂ ਜਿਹੜੀਆਂ ਰਲ ਕੇ ਕੋਈ ਹੱਲ ਕੱਢ ਸਕਣ। ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਇਸ ਗੱਲ 'ਤੇ ਬਜ਼ਿੱਦ ਨੇ ਕਿ ਇਹ ਜਿਹੜੇ ਕਾਨੂੰਨ ਆ ਇਹ ਗੈਰ ਸੰਵਿਧਾਨਕ ਤੌਰ ਦੇ ਉੱਤੇ ਪਾਸ ਕੀਤੇ ਗਏ ਆ। ਇਹ ਰਾਜਾਂ ਦਾ ਹੱਕ ਆ, ਕਾਨੂੰਨ ਇਹੋ ਜਿਹੇ ਬਣਾਉਣੇ ਕੇਂਦਰ ਸਰਕਾਰ ਜਿਹੜੀ ਆ ਬਣਾ ਨਹੀਂ ਸਕਦੀ। ਦੂਜੀ ਗੱਲ, ਬਣਾ ਕੇ ਵੀ ਇਹਨਾਂ ਨੇ ਫਿਰ ਰਾਜ ਸਭਾ ਦੇ ਵਿੱਚ ਇਹਨੂੰ ਜਦੋਂ ਪਾਸ ਕਰਵਾਇਆ ਤੇ ਬਹਿਸ ਨਹੀਂ ਕਰਵਾਈ ਗਈ, ਧੱਕਾ ਕੀਤਾ ਗਿਆ ਆ। ਸੋ ਇਸ ਕਰਕੇ ਅਸੀਂ ਇਹਨਾਂ ਕਾਨੂੰਨਾਂ ਨੂੰ ਮੰਨਦੇ ਨਹੀਂ। ਤੇ ਜਿਹੜੀ ਕਮੇਟੀ ਬਣਾਉਣ ਦੀ ਗੱਲ ਆ ਉਹ ਵੀ ਸਹੀ ਨਹੀਂ, ਕਿਉਂਕਿ ਕਿਸਾਨਾਂ ਦਾ ਕਹਿਣਾ ਕਿ ਜੇ ਕਮੇਟੀ ਵੀ ਬਣਾਉਣੀ ਸੀ ਤਾਂ ਉਹ ਫਿਰ ਕਾਨੂੰਨ ਪਾਸ ਕਰਨ ਤੋਂ ਪਹਿਲਾਂ ਕਾਨੂੰਨ ਬਣਾਉਣ ਦੇ ਵੇਲੇ ਜਿਹੜੀ ਆ ਬਣਾਉਣੀ ਚਾਹੀਦੀ ਸੀ, ਤਾਂ ਕਿ ਸਾਰੀਆਂ ਧਿਰਾਂ ਦੀ ਉਹਦੇ ਵਿੱਚ ਇਨਪੁੱਟ ਲਈ ਜਾਂਦੀ, ਸਾਰਿਆਂ ਦੀ ਗੱਲ ਸੁਣੀ ਜਾਂਦੀ, ਤਾਂ ਇਹ ਰੌਲਾ ਹੀ ਨਾ ਪੈਂਦਾ। ਸੋ ਕਿਸਾਨ ਜਥੇਬੰਦੀਆਂ ਪੂਰੀ ਤਰ੍ਹਾਂ ਇਸ ਗੱਲ 'ਤੇ ਅੜੀਆਂ ਹੋਈਆਂ ਕਿ ਸਾਨੂੰ ਸੁਪਰੀਮ ਕੋਰਟ ਜਿਹੜੀ ਆ ਉਹ ਕਮੇਟੀ ਬਣਾਉਣ ਵਾਸਤੇ ਨਾ ਕਹੇ, ਅਸੀਂ ਸ਼ਾਮਲ ਜਿਹੜਾ ਆ ਉਹ ਨਹੀਂ ਹੋਣਾ। ਇਸ ਦੇ ਨਾਲ ਜਿਹੜੀ ਪਟੀਸ਼ਨ ਪਾਈ ਹੋਈ ਆ ਕਿਸਾਨਾਂ ਵੱਲੋਂ ਕਿ ਇਹ ਜਿਹੜਾ ਖੇਤੀ ਬਿੱਲ ਜਿਹੜੇ ਪਾਸ ਕੀਤੇ ਗਏ ਆ ਇਹ ਇਲੀਗਲ ਆ, ਅਨਕਨਸਟੀਟਿਊਸ਼ਨਲ ਆ, ਗੈਰ ਸੰਵਿਧਾਨਕ ਆ, ਉਹਦੇ ਬਾਰੇ ਸੁਪਰੀਮ ਕੋਰਟ ਦਾ ਕਹਿਣਾ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਪਟੀਸ਼ਨ ਦੇ ਉੱਤੇ ਵੀ ਗੱਲਬਾਤ ਕਰਾਂਗੇ। ਸੋ ਸੁਪਰੀਮ ਕੋਰਟ ਨੇ ਵੀ ਆਉਣ ਵਾਲੇ ਦਿਨਾਂ 'ਚ ਕਾਫੀ ਬਿਜ਼ੀ ਰਹਿਣਾ ਆ। ਲੱਗਦਾ ਕਿ ਹਫ਼ਤਾ 10 ਦਿਨ ਦੇ ਬਾਅਦ ਇਹੋ ਜਿਹੇ ਫੈਸਲੇ ਜਿਹੜੇ ਆ ਉਹ ਕੁਛ ਨਾ ਕੁਛ ਆਉਂਦੇ ਰਹਿਣਗੇ ਤੇ ਸਾਰੀਆਂ ਨਜ਼ਰਾਂ ਜਿਹੜੀਆਂ ਉੱਧਰ ਲੱਗੀਆਂ ਰਹਿਣਗੀਆਂ। ਹਾਲਾਂਕਿ ਸੁਪਰੀਮ ਕੋਰਟ ਜਿਹੜੀ ਆ ਉਹ ਵਾਰ-ਵਾਰ ਕਹਿ ਰਹੀ ਆ ਕਿ ਗੱਲਬਾਤ ਦੇ ਰਾਹੀਂ ਮਸਲਾ ਹੱਲ ਕਰੋ, ਪਰ ਜਿਹੜੇ ਖੇਤੀ ਮੰਤਰੀ ਆ ਜਾਂ ਮੋਦੀ ਸਰਕਾਰ ਆ ਉਹ ਬਿਲਕੁਲ ਵੀ ਜਿਹੜੇ ਆ ਉਹ ਲਿਫ ਨਹੀਂ ਰਹੇ ਹੈਗੇ। ਹਾਲੇ ਵੀ ਉਹ ਆਪਣੀ ਅੜੀ ਦੇ ਉੱਤੇ ਅੜੇ ਹੋਏ ਆ, ਉਲਟਾ ਦੋਸ਼ ਲਾਉਣੀਆਂ ਜਿਹੜੀਆਂ ਗੱਲਾਂ ਆ ਉਹ ਕਰੀ ਜਾ ਰਹੇ ਆ। ਅੱਜ ਵੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਜਿਹੜੇ ਕਿਸਾਨ ਮੋਰਚਾ ਲੱਗਾ ਹੋਇਆ ਇਹਦੇ ਪਿੱਛੇ ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਹੈਗੀਆਂ। ਇਹ ਖੱਬੀ ਪੱਖੀ ਜਿਹੜੀ ਧਿਰਾਂ ਆ ਇਹ ਉਹੀ ਬੋਲੀ ਬੋਲ ਰਹੀਆਂ ਜਿਹੜੀਆਂ 1962 ਦੇ ਵਿੱਚ ਚੀਨ ਦੇ ਕਹੇ 'ਤੇ ਬੋਲਦੀਆਂ ਹੁੰਦੀਆਂ ਸੀ। ਸੋ ਪਹਿਲਾਂ ਕਿਸਾਨ ਮੋਰਚੇ ਨੂੰ ਖਾਲਿਸਤਾਨੀ, ਕਦੀ ਫਿਰ ਨਕਸਲਾਈਟ, ਕਦੀ ਅੱਤਵਾਦੀ, ਕਦੀ ਪਾਕਿਸਤਾਨੀ, ਤੇ ਹੁਣ ਚੀਨ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਆ। ਜਦੋਂ ਕਿ ਇੱਕ ਪਾਸੇ ਸੁਪਰੀਮ ਕੋਰਟ ਇਸ਼ਾਰੇ ਦੇ ਰਹੀ ਆ ਕਿ ਇਹ ਜਿਹੜਾ ਮੁੱਦਾ ਆ ਇਹਨੇ ਕੌਮੀ ਮੁੱਦਾ ਬਣ ਜਾਣਾ, ਪੂਰੇ ਭਾਰਤ ਵਿੱਚ ਇਹਦੀ ਗੱਲ ਹੋਣੀ ਆ, ਪਰ ਇਸ ਨੂੰ ਵੀ ਅਣਦੇਖ ਰਹੇ ਆ ਜਿਹੜੇ ਖੇਤੀ ਮੰਤਰੀ ਤੋਮਰ ਆ। ਤੇ ਉਹ ਵਾਰ-ਵਾਰ ਇਹੀ ਕਹਿ ਰਹੇ ਆ ਕਿ ਨਹੀਂ ਜੀ ਇਹ ਤਾਂ ਵਿਰੋਧੀ ਪਾਰਟੀਆਂ ਗੁੰਮਰਾਹ ਕਰ ਰਹੀਆਂ ਆ, ਇਹੋ ਜਿਹੀ ਕੋਈ ਜਿਹੜੀ ਗੱਲ ਹੀ ਆ ਉਹ ਹੈ ਨਹੀਂ ਗੀ। ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਜ਼ਿੱਦ ਵਾਲੀ ਗੱਲ ਆ। ਇਸੇ ਦੌਰਾਨ ਦਿੱਲੀ ਵਿਧਾਨ ਸਭਾ ਦੇ ਵਿੱਚ ਅੱਜ ਕੇਜਰੀਵਾਲ ਜਿਹੜੇ ਕਿ ਉੱਥੋਂ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ, ਉਹਨਾਂ ਵੱਲੋਂ ਖੇਤੀ ਬਿੱਲਾਂ ਦੀਆਂ ਕਾਪੀਆਂ ਜਿਹੜੀਆਂ ਉਹ ਪਾੜੀਆਂ ਗਈਆਂ। ਮੈਂ ਦੱਸ ਦਿਆਂ ਕਿ ਸੁਪਰੀਮ ਕੋਰਟ ਦੇ ਵਿੱਚ ਦਿੱਲੀ ਸਰਕਾਰ ਵੱਲੋਂ ਵੀ ਵਕੀਲ ਪੇਸ਼ ਹੋਏ ਸੀਗੇ। ਉਹਨਾਂ ਵਕੀਲਾਂ ਨੇ ਸੁਪਰੀਮ ਕੋਰਟ ਨੂੰ ਇਹ ਮੰਗ ਕੀਤੀ ਸੀ ਕਿ ਜਿਹੜੇ ਇਹ ਕਿਸਾਨ ਮੋਰਚੇ ਅੱਡ-ਅੱਡ ਥਾਂ ਦੇ ਉੱਤੇ ਬਾਰਡਰਸ 'ਤੇ ਲੱਗੇ ਹੋਏ ਆ ਦਿੱਲੀ ਦੇ ਵਿੱਚ, ਚਾਹੇ ਉਹ ਕੁੰਡਲੀ ਆ, ਸਿੰਘੂ ਆ, ਟਿਕਰੀ ਆ ਜਾਂ ਬਹਾਦਰਗੜ੍ਹ ਆ, ਇਹ ਚੁਕਾਏ ਜਾਣ, ਕਿਉਂਕਿ ਇਹਦੇ ਨਾਲ ਜਿਹੜਾ ਦਿੱਲੀ ਦੇ ਵਿੱਚ ਰੋਜ਼ ਨੁਕਸਾਨ ਹੋ ਰਿਹਾ ਲੋਕਾਂ ਦਾ। ਅਤੇ ਜਿਹੜੀ ਸਭ ਤੋਂ ਵੱਡੀ ਗੱਲ ਉਹਨਾਂ ਨੇ ਦਲੀਲ ਦਿੱਤੀ ਸੀ ਕਿ ਇਕੱਠ ਬਹੁਤ ਵੱਡੇ ਆ, ਜਿਹੜੀਆਂ ਕਰੋਨਾ ਸਾਵਧਾਨੀਆਂ ਆ ਉਹਨਾਂ ਦੀ ਬਿਲਕੁਲ ਪਾਲਣਾ ਨਹੀਂ ਕੀਤੀ ਜਾ ਰਹੀ। ਅਤੇ ਹੋਣਾ ਕੀ ਹੈ ਇਸ ਦੇ ਨਾਲ ਕਿ ਕਰੋਨਾ ਬਹੁਤ ਵੱਧ ਜਾਣਾ, ਜਿਹੜੇ ਕਿਸਾਨ ਮੋਰਚੇ 'ਚ ਬੈਠੇ ਲੋਕ ਆ ਉੱਥੇ ਵੀ ਮਹਾਂਮਾਰੀ ਫੈਲ ਸਕਦੀ ਆ, ਅਤੇ ਉਹ ਮਹਾਂਮਾਰੀ ਪੂਰੀ ਦਿੱਲੀ ਵਿੱਚ ਵੀ ਫੈਲ ਸਕਦੀ ਆ। ਉਹਨਾਂ ਨੇ ਦਲੀਲ ਇਹ ਦਿੱਤੀ ਸੀ ਕਿ ਕਿਸਾਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ,
ਉਹ ਮੰਨਣਯੋਗ ਨੇ, ਉਹ ਮੰਨਣੀਆਂ ਚਾਹੀਦੀਆਂ ਆ। ਸਰਕਾਰ ਦੇ ਬਿੱਲ ਗਲਤ ਨੇ ਤੇ ਦਿੱਲੀ ਸਰਕਾਰ ਦਾ ਇਹ ਸਟੈਂਡ ਹੈਗਾ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨ ਕੇ ਖੇਤੀ ਬਿੱਲ ਰੱਦ ਕਰਕੇ ਉਹਨਾਂ ਨੂੰ ਵਾਪਸ ਜਾਣ ਦਿੱਤਾ ਜਾਵੇ ਤਾਂ ਕਿ ਦਿੱਲੀ ਨੂੰ ਕਰੋਨਾ ਤੋਂ ਜਿਹੜਾ ਆ ਬਚਾਇਆ ਜਾ ਸਕੇ। ਸੋ ਇਹੋ ਜਿਹੀਆਂ ਗੱਲਾਂ ਅੱਜ ਜਿਹੜੀ ਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਪੀਕਰ ਨੂੰ ਸੰਬੋਧਨ ਹੁੰਦਿਆਂ ਕੀਤੀਆਂ। ਕਿਸਾਨਾਂ ਦੇ ਨਾਲ ਆਪਣਾ ਸਟੈਂਡ ਦਿਖਾਇਆ ਤੇ ਖੇਤੀ ਬਿੱਲ ਦੀਆਂ ਜਿਹੜੀਆਂ ਕਾਪੀਆਂ ਉਹਨਾਂ ਨੇ ਕਿਵੇਂ ਪਾੜੀਆਂ, ਆਓ ਤੁਹਾਨੂੰ ਦਿਖਾਉਂਦੇ ਹਾਂ। एक कई लोग मुद्दा उठा रहे थे कि कोरोना काल में ऑर्डिनेंस क्यों पास किया गया, ऐसी क्या जल्दबाजी थी। अभी ये कानून शायद 70 साल के भारत के इतिहास में पहली बार हुआ होगा कि राज्यसभा के अंदर बिना वोटिंग के वहां पे राज्यसभा अध्यक्ष ने पास 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 करके पास कर दिया, जबकि पूरा हाउस चिल्ला रहा था। जैसे आप यहाँ बैठे हैं, कई बार हाउस चिल्लाता है, आपने तो कभी बिना वोटिंग के कोई कानून पास नहीं किया। अगर हाउस चिल्लाता है आप 10 मिनट के लिए एडजर्न कर देते हो, फिर दोबारा बैठते हैं, फिर हाउस ऑर्डर में आ जाता है, फिर वोटिंग कराते हैं। पहली बार ऐसा हो रहा है कि बिना वोटिंग के अंदर 3 कानून बस पास कर दिए अध्यक्ष ने और पास हो गए, कोई वोटिंग नहीं कराई गई इसको। ऐसी क्या आफत थी कि ये कानून पास कर दिए गए। पिछले 6-7 साल से आप लोग देख रहे हो कि भारतीय जनता पार्टी ने चुनावों को कितना महंगा कर दिया, कितना पैसा खर्च होता है चुनावों के अंदर, कितना पैसा खर्च होता है। ये कानून किसानों के लिए नहीं बनाए गए, ये कानून भारतीय जनता पार्टी के चुनावों की फंडिंग कराने के लिए बनाए गए। इसको ये देश जितनी जल्दी समझ ले, किसान तो समझ गए, बाकी देश भी जितनी जल्दी समझ ले उतना अच्छा होगा। तो अध्यक्ष महोदय, मैं इसका समर्थन करता हूं और ये 3 कानून हैं, ये तीनों कानूनों को मैं सदन के सामने ਸੋ ਇਹ ਸੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਉੱਥੋਂ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਖੇਤੀ ਬਿੱਲ ਪਾੜਨ ਦੀ ਕਾਰਵਾਈ। ਇਹਦੇ ਤੁਹਾਨੂੰ ਯਾਦ ਕਰਾ ਦਈਏ ਕਿ ਇਹ ਖੇਤੀ ਬਿੱਲ ਜਿਹੜੇ ਆ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਸਰਬਸੰਮਤੀ ਦੇ ਨਾਲ ਰੱਦ ਹੋ ਚੁੱਕੇ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਆ ਭਾਰਤ ਦੇ ਸੂਬੇ ਉਹ ਵੀ ਇਸ ਨੂੰ ਜਾਂ ਰੱਦ ਕਰ ਚੁੱਕੇ ਆ ਜਾਂ ਰੱਦ ਕਰਨ ਵਾਲੇ ਆ। ਆਉਣ ਵਾਲੇ ਦਿਨਾਂ ਵਿੱਚ ਸੈਸ਼ਨ ਜਿਹੜੇ ਆ ਚੱਲਣਗੇ। ਅਰਵਿੰਦ ਕੇਜਰੀਵਾਲ ਦੀ ਇਸ ਕਾਰਵਾਈ ਨੂੰ ਉਹਨਾਂ ਦੇ ਜਿਹੜੇ ਵਿਰੋਧੀ ਆ ਅਕਾਲੀ ਦਲ ਬਾਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਇੱਕ ਡਰਾਮੇਬਾਜ਼ੀ ਦੱਸਿਆ ਆ। ਉਹ ਕਹਿੰਦੇ ਵੀ ਇਹ ਪਖੰਡੀ ਆ ਅਰਵਿੰਦ ਕੇਜਰੀਵਾਲ ਹੋਣੀ, ਵੀ ਇਹ ਇਹੋ ਜਿਹੇ ਪਖੰਡ ਜਿਹੜੇ ਕਰਦੇ ਆਏ ਆ। ਇਸ ਤੋਂ ਪਹਿਲਾਂ ਇਹ ਸਮਰਥਨ ਕਰ ਰਹੇ ਸੀਗੇ ਬਿੱਲਾਂ ਦਾ ਤੇ ਹੁਣ ਜਿਹੜੇ ਆ ਇਹ ਵਿਰੋਧ ਕਰਨ ਲੱਗ ਪਏ ਆ। ਹੁਣ ਇਹ ਬਿੱਲ ਸਾੜ ਰਹੇ ਆ ਤੇ ਅਜਿਹੇ ਪਖੰਡਾਂ ਦੇ ਉੱਤੇ ਲੋਕਾਂ ਨੂੰ ਯਕੀਨ ਨਹੀਂ ਕਰਨਾ ਚਾਹੀਦਾ। ਸੋ ਲੋਕ ਜਿਹੜੇ ਇਸ ਵੇਲੇ ਹੱਸ ਰਹੇ ਆ ਕਿ ਇਹ ਗੱਲ ਕਰ ਕੌਣ ਰਿਹਾ। ਖੁਦ ਹਰਸਿਮਰਤ ਕੌਰ ਬਾਦਲ ਜਿਹੜੇ ਆ ਸਣੇ ਸੁਖਬੀਰ ਬਾਦਲ, ਸਣੇ ਪ੍ਰਕਾਸ਼ ਸਿੰਘ ਬਾਦਲ ਤੇ ਸਮੇਤ ਸਾਰਾ ਅਕਾਲੀ ਦਲ ਇਸ ਗੱਲ ਦੇ ਵਿੱਚ ਮਹੀਨਾ ਪ੍ਰਚਾਰ ਕਰਦਾ ਰਿਹਾ ਕਿ ਭਾਜਪਾ ਨੇ ਜਿਹੜੇ ਆ ਇਹ ਬਿੱਲ ਪਾਸ ਕੀਤੇ ਆ ਬਹੁਤ ਚੰਗੇ ਆ, ਕਿਸਾਨਾਂ ਨੂੰ ਸਮਝਣੇ ਚਾਹੀਦੇ ਆ। ਉਸ ਤੋਂ ਬਾਅਦ ਜਦੋਂ ਲੋਕਾਂ ਨੇ ਪੜ੍ਹ ਸੁਣਾਏ ਤੇ ਉਹਦਾ ਵਿਸਥਾਰ ਦੱਸਿਆ ਤੇ ਪ੍ਰੈਸ਼ਰ ਪੈ ਗਿਆ ਤਾਂ ਅਕਾਲੀ ਦਲ ਨੂੰ ਇਸ ਤੋਂ ਪਿੱਛੇ ਹੋਣਾ ਪਿਆ। ਸਿਰਫ ਬਿੱਲਾਂ ਦਾ ਹੀ ਨਹੀਂ ਵਿਰੋਧ ਕਰਨਾ ਪਿਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਹਰਸਿਮਰਤ ਕੌਰ ਬਾਦਲ ਨੂੰ ਅਹੁਦਾ ਵੀ ਛੱਡਣਾ ਪਿਆ, ਅਸਤੀਫਾ ਦੇਣਾ ਪਿਆ ਅਤੇ ਭਾਜਪਾ ਦੇ ਨਾਲੋਂ ਭਾਈਵਾਲੀ ਜਿਹੜੀ ਆ ਉਹ ਵੀ ਤੋੜਨੀ ਪਈ। ਅਤੇ ਇੱਥੋਂ ਤੱਕ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਜਪਾ ਨੂੰ ਅਸਲੀ ਟੁਕੜੇ ਗੈਂਗ ਜਿਹੜਾ ਆ ਉਹ ਵੀ ਦੱਸਿਆ ਹੈਗਾ। ਸੋ ਇਸ ਦੇ ਨਾਲ ਹੀ ਜਿਹੜੇ ਆ ਹੋਰ ਵੀ ਕਈ ਹਾਸੇ ਵਾਲੀਆਂ ਗੱਲਾਂ ਹੋ ਰਹੀਆਂ ਕਿ ਕੱਲ੍ਹ ਜਿਹੜੇ ਆਪਣੇ ਪੰਜਾਬ ਤੋਂ MLA ਨੇ ਰਾਜਾ ਵੜਿੰਗ, ਉਹ ਇੱਕ ਧਰਨੇ ਨੂੰ ਸੰਬੋਧਨ ਕਰ ਰਹੇ ਸੀਗੇ ਅਤੇ ਉੱਥੇ ਜਿਹੜੇ ਰੋਜ਼ ਲੋਕ ਜਾਨਾਂ ਕੁਰਬਾਨ ਕਰ ਰਹੇ ਆ ਉਹਨਾਂ ਨੂੰ ਕਹਿੰਦੇ ਵੀ ਜਿਹੜੇ ਸ਼ਹੀਦ ਹੋ ਗਏ ਲੋਕ, ਅਸੀਂ ਉਹਨਾਂ ਦੀ ਤੰਦਰੁਸਤੀ ਲਈ ਅਰਦਾਸਾਂ ਕਰਾਂਗੇ। ਸੋ ਜਿਹੜਾ ਸਾਰਾ ਦਾਰੋਮਦਾਰ ਆਪਾਂ ਦੇਖ ਰਹੇ ਹਾਂ ਕਿ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਹਾਸ਼ੀਏ 'ਤੇ ਗਈਆਂ ਹੋਈਆਂ ਆ। ਕਿਸਾਨ ਮੋਰਚੇ ਨੇ ਸਾਰੇ ਜ਼ੀਰੋ ਕਰ ਦਿੱਤੇ ਆ। ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਾਖ ਬਚਾਉਣ ਦੇ ਵਾਸਤੇ ਕਦੀ ਕੋਈ ਬਿਆਨ ਦਿੰਦੇ ਆ ਅਤੇ ਕਦੀ ਕੋਈ ਬਿਆਨ ਦਿੰਦੇ ਆ ਤਾਂ ਕਿ ਲੋਕ ਸਾਡੇ 'ਤੇ ਯਕੀਨ ਕਰਨ ਲੱਗ ਪੈਣ। ਪਰ ਲੋਕ ਇਹਨਾਂ ਦੇ ਉੱਤੇ ਯਕੀਨ ਨਹੀਂ ਕਰ ਰਹੇ ਕਿਉਂਕਿ ਲੋਕਾਂ ਨੇ ਇਹਨਾਂ ਨੂੰ ਯਕੀਨ ਕਰਕੇ ਚੁਣਿਆ ਸੀ। ਇਹ ਸਾਡੀ ਗੱਲ ਕਰਨਗੇ, ਇਹ ਸਾਡੇ ਨੁਮਾਇੰਦੇ ਬਣ ਕੇ ਵਿਧਾਨ ਸਭਾ ਦੇ ਵਿੱਚ, ਲੋਕ ਸਭਾ ਦੇ ਵਿੱਚ ਪਹੁੰਚ ਕੇ ਸਾਡੀਆਂ ਮੰਗਾਂ ਰੱਖਣਗੇ, ਮਸਲੇ ਹੱਲ ਕਰਾਉਣਗੇ, ਪਰ ਇਹ ਬੁਰੀ ਤਰ੍ਹਾਂ ਫੇਲ ਹੋਏ ਆ। ਸੋ ਮੋਰਚੇ ਦੇ ਵਿੱਚ ਵੱਡੀ ਪੱਧਰ ਦੇ ਵਿੱਚ ਲੋਕ ਜਿਹੜੇ ਆ ਉਹ ਪਹੁੰਚ ਰਹੇ ਆ। ਹਰ ਰੋਜ਼ ਜਿਹੜੇ ਆ ਲੋਕ ਪੰਜਾਬ, ਹਰਿਆਣਾ ਤੋਂ ਅਤੇ ਹੋਰ ਸੂਬਿਆਂ ਤੋਂ ਪਹੁੰਚ ਰਹੇ ਆ। ਵੱਡੀ ਜਿਹੜੀ ਗਿਣਤੀ ਆ ਉਹ ਪੰਜਾਬ, ਹਰਿਆਣਾ ਤੋਂ ਜਾ ਰਹੀ ਆ।
ਤੇ ਇਹਦੇ ਵਿੱਚ ਲੋਕ ਆਪੋ ਆਪਣੇ ਸਾਧਨਾਂ ਰਾਹੀਂ ਉੱਥੇ ਪੁੱਜ ਰਹੇ ਆ, ਜਿਹਦੇ ਕੋਲ ਜੋ ਵੀ ਸਾਧਨ ਮਿਲਦਾ ਉਹਦੀ ਕੋਸ਼ਿਸ਼ ਹੈਗੀ ਆ ਕਿ ਮੈਂ ਪਹੁੰਚਾਂ। ਤੇ ਜਿਹੜੀ ਗੱਲ ਨਾਅਰਾ ਦਿੱਤਾ ਗਿਆ ਸੀਗਾ ਕਿ ਜ਼ਮੀਨ ਨਹੀਂ ਹੈਗੀ ਤਾਂ ਕੀ ਆ, ਜ਼ਮੀਰ ਹੈਗਾ, ਉਹਦੇ ਉੱਤੇ ਵੀ ਜਿਹੜਾ ਫੁੱਲ ਪਹਿਰਾ ਦਿੱਤਾ ਜਾ ਰਿਹਾ। ਤੇ ਹੁਣ ਤੁਹਾਨੂੰ ਦਿਖਾਉਂਦੇ ਆ ਮਾਲਵੇ ਦੇ ਪਿੰਡ ਮਲਕਿਆਂ ਤੋਂ ਇੱਕ ਬਲਦ ਰੇਹੜੀ ਦੇ ਉੱਤੇ ਤੁਰੇ ਹੋਏ ਕਿਸਾਨ ਤੇ ਉਹ ਪਿੰਡ ਦੇ ਹੋਰ ਲੋਕ ਜਿਹੜੇ ਕਿ ਦਿੱਲੀ ਮੋਰਚੇ ਦੇ ਲਾਗੇ ਪਹੁੰਚੇ ਹੋਏ ਆ। ਆ ਦੇਖੋ ਜੀ, ਆ ਬਾਈ ਆਦੀ ਬਲਦ ਗੱਡੀ ਤੇ ਆਏ ਆ। ਹਾਂਜੀ ਬਾਈ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਬਾਈ ਜੀ ਕਿਹੜੇ ਪਿੰਡੋਂ ਆਏ ਆ? ਅਸੀਂ ਮਾਲਕਾ ਤੋਂ ਆਏ ਜੀ, ਮੋਗੇ ਜ਼ਿਲ੍ਹੇ ਚੋਂ। ਅੱਛਾ ਜੀ, ਅੱਛਾ ਤੁਸੀਂ ਬੈਲ ਗੱਡੀ ਤੇ ਆਏ ਆ ਪਿੰਡੋਂ? ਬੈਲ ਗੱਡੀ ਤੇ ਆਏ ਆ ਜੀ। ਠੀਕ ਹੈ ਜੀ, ਠੀਕ ਹੈ। ਕਿੰਨੇ ਦਿਨ ਹੋ ਗਏ ਤੁਹਾਨੂੰ ਤੁਰਿਆਂ ਨੂੰ? ਸਾਨੂੰ ਅੱਜ 12 ਦਿਨ ਹੋ ਗਏ ਜੀ। 12 ਦਿਨ ਹੋ ਗਏ ਜੀ, 12 ਦਿਨ। ਅੱਛਾ ਜੀ, ਸਦਕੇ ਜਾਵਾਂ। ਤੇ ਫਿਰ ਤੁਹਾਡਾ ਰਾਸ਼ਨ ਪਾਣੀ? ਰਾਸ਼ਨ ਪਾਣੀ ਆਪੋ ਸੇਜ ਦੇ ਵਿੱਚ ਰਾਤ ਲੰਗਰ ਲੱਗੇ ਉੱਥੋਂ ਖਾ ਲਈਦਾ। ਠੀਕ ਹੈ ਜੀ, ਠੀਕ ਆ। ਸੋ ਇਹ ਸੀ ਮਲਕਿਆਂ ਤੋਂ ਤੁਰੇ ਹੋਏ ਕਿਸਾਨ, ਜਿਨ੍ਹਾਂ ਨੂੰ ਕੋਈ ਬੈਲ ਗੱਡੀ ਕਹਿ ਦਿੰਦਾ ਜੀ, ਕੋਈ ਬਲਦ ਗੱਡੀ ਕਹਿ ਦਿੰਦਾ, ਦੁਆਬੇ ਵਿੱਚ ਬਹੌਲਦਾਂ ਵਾਲਾ ਰੇੜਾ ਵੀ ਕਹਿ ਦਿੰਦੇ ਆ। ਸੋ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਸ ਤਰ੍ਹਾਂ ਵੀ ਲੋਕ ਪੰਜਾਬੀ ਉੱਥੇ ਪਹੁੰਚਣਾ ਚਾਹ ਰਹੇ ਆ, ਪਹੁੰਚ ਰਹੇ ਆ, ਪਰ ਪਹੁੰਚਦਿਆਂ ਮੌਤਾਂ ਵੀ ਹੋ ਰਹੀਆਂ। ਬਹੁਤ ਸਾਰੇ ਜਿਹੜੇ ਸੜਕ ਹਾਦਸੇ ਵਾਪਰ ਰਹੇ ਆ ਤੇ ਉਹਨਾਂ ਸੜਕ ਹਾਦਸਿਆਂ ਦੇ ਵਿੱਚ ਪੰਜਾਬੀਆਂ ਦੀਆਂ ਮੌਤਾਂ ਹੋ ਰਹੀਆਂ। ਬੀਤੇ 24 ਘੰਟਿਆਂ ਦੇ ਵਿੱਚ ਵੀ 3 ਮੌਤਾਂ ਜਿਹੜੀਆਂ ਇਸੇ ਤਰ੍ਹਾਂ ਹੋਈਆਂ ਆ। ਪਿੰਡ ਫੱਤਾ ਮਾਲੋਕਾ ਸਰਦੂਲਗੜ੍ਹ ਦੇ ਲਾਗੇ ਦਾ ਇੱਕ ਨੌਜਵਾਨ ਜਿਹੜਾ ਕਿ ਹਿਸਾਰ ਦੇ ਨੇੜੇ, ਜਿਸ ਦੇ ਟਰੈਕਟਰ ਟਰਾਲੀ ਦਾ ਹਾਦਸਾ ਹੋਇਆ, ਐਕਚੁਅਲੀ ਟਰੈਕਟਰ ਖਰਾਬ ਹੋ ਗਿਆ ਸੀਗਾ, ਉਹ ਰਿਪੇਅਰ ਕਰ ਰਿਹਾ ਸੀਗਾ ਤੇ ਪਿੱਛੋਂ ਆ ਕੇ ਜਿਹੜੀ ਆ ਗੱਡੀ ਉਹ ਵਿੱਚ ਲੱਗੀ ਆ, ਜਿਸ ਕਰਕੇ ਉਹਦੀ ਮੌਕੇ 'ਤੇ ਮੌਤ ਹੋ ਗਈ ਆ। ਜਤਿੰਦਰ ਸਿੰਘ ਇਸ ਨੌਜਵਾਨ ਦਾ ਜਿਹੜਾ ਨਾਂ ਦੱਸਿਆ ਗਿਆ, ਹਜੇ 3 ਮਹੀਨੇ ਪਹਿਲਾਂ ਹੀ ਉਹਦਾ ਵਿਆਹ ਹੋਇਆ ਸੀਗਾ। ਇਸੇ ਤਰ੍ਹਾਂ ਕੁੰਡਲੀ ਬਾਰਡਰ ਦੇ ਉੱਤੇ ਦਿੱਲੀ ਤੇ ਇੱਕ ਸੰਗਰੂਰ ਨਾਲ ਸੰਬੰਧਿਤ ਪੀਰਾਂ ਪੱਟੀ ਦਾ ਨੌਜਵਾਨ ਜਿਹੜਾ 38 ਸਾਲਾਂ ਦਾ ਭੀਮ ਸਿੰਘ, ਉਹਦੀ ਮੌਤ ਹੋਈ ਆ। ਉਹ ਰਾਤ ਨੂੰ ਜਿਹੜਾ ਆ ਉੱਥੇ ਇੱਕ ਟੋਏ ਦੇ ਵਿੱਚ ਡਿੱਗ ਪਿਆ, ਵਾਸ਼ਰੂਮ ਕਰਨ ਲਈ ਉੱਠਿਆ ਤੇ ਸਵੇਰੇ ਉਸ ਦੀ ਲਾਸ਼ ਜਿਹੜੀ ਆ ਉਹ ਦੇਖੀ ਗਈ ਆ, ਕਿਤੇ ਗੁੱਝੀ ਸੱਟ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਇਸੇ ਤਰ੍ਹਾਂ ਕਾਠਗੜ੍ਹ ਤੋਂ ਇੱਕ ਹੋਰ ਨੌਜਵਾਨ ਗੁਰਪ੍ਰੀਤ ਸਿੰਘ ਜਿਹੜਾ ਆ, ਉਹ ਵੀ ਸੜਕ ਹਾਦਸੇ ਦਾ ਸ਼ਿਕਾਰ ਹੋ ਕੇ ਜਿਹੜੀ ਜਾਨ ਕੁਰਬਾਨ ਕਰ ਗਿਆ ਇਸ ਕਿਸਾਨ ਮੋਰਚੇ ਦੇ ਵਿੱਚ। ਕਿਸਾਨ ਸਟੇਜ ਤੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਆ ਕਿ ਰਾਤ ਨੂੰ ਜਿਹੜਾ ਆ ਮੋਰਚੇ ਵੱਲ ਨਾ ਤੁਰਿਆ ਜਾਵੇ, ਧੁੰਦਾਂ ਬਹੁਤ ਪੈ ਰਹੀਆਂ ਆ, ਵਿਜ਼ੀਬਿਲਟੀ ਦੀ ਕਮੀ ਹੋਣ ਕਰਕੇ ਹਾਦਸੇ ਹੋ ਰਹੇ ਆ। ਦਿਨੇ ਜਿਹੜਾ ਕਿਸੇ ਤਰੀਕੇ ਸੇਫ ਤਰੀਕੇ ਮੋਰਚੇ 'ਚ ਪਹੁੰਚੋ, ਨਾ ਉੱਥੇ ਮੋਰਚੇ 'ਚ ਰਾਤ ਵੇਲੇ ਆਓ ਤੇ ਨਾ ਮੋਰਚੇ ਤੋਂ ਰਾਤ ਵੇਲੇ ਜਾਓ। ਇਹ ਗੱਲ ਸਾਡੇ ਲਈ ਸਮਝਣ ਵਾਲੀ ਆ ਕਿ ਉੱਥੇ ਇਕੱਠ ਦਿਸਦਾ ਬਹੁਤ, ਪਰ ਇਹ ਇਕੱਠ ਹੋਇਆ ਕਾਹਦੇ ਵਾਸਤੇ ਆਪਾਂ ਨੂੰ ਸਮਝਣ ਦੀ ਲੋੜ ਆ। ਕੱਲ੍ਹ ਉੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਉਹ ਮਾਵਾਂ, ਉਹ ਭੈਣਾਂ, ਉਹ ਪਤਨੀਆਂ ਆ ਕੇ ਬੈਠੀਆਂ ਆਪੋ ਆਪਣੇ ਨਾਲ ਦੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਲੈ ਕੇ, ਜਿਹੜੇ ਕਰਜ਼ੇ ਦੇ ਕਰਕੇ ਖੁਦਕੁਸ਼ੀਆਂ ਕਰ ਗਏ। ਉਹ ਜਾਨਾਂ ਚਲੇ ਗਈਆਂ, ਉਹਨਾਂ ਦੇ ਕਰਕੇ ਇਹ ਜਿਹੜੇ ਮੋਰਚੇ ਲੱਗੇ ਹੋਏ ਆ। ਤੇ ਇਹ ਨਾ ਹੋਵੇ ਕਿ ਆਪਾਂ ਉਸ ਮੋਰਚੇ ਦੇ ਵਿੱਚ ਹੋਰ ਰੋਜ਼ ਗਿਣਤੀ ਜਿਹੜੀ ਆ ਵਧਾਈ ਚੱਲੀਏ ਤੇ ਮੌਤਾਂ ਹੋਰ ਵਧੀ ਜਾਣ। ਹੁਣ ਤੱਕ 30 ਦੇ ਕਰੀਬ ਜਿਹੜੀਆਂ ਮੌਤਾਂ ਉਹ ਹੋ ਚੁੱਕੀਆਂ ਆ। ਸੋ ਸਾਨੂੰ ਸਾਰਿਆਂ ਨੂੰ ਬੜੀ ਸਾਵਧਾਨੀ ਵਰਤਣ ਦੀ ਲੋੜ ਆ ਕਿ ਆਪਾਂ ਉੱਥੇ ਜੇ ਹਮਾਇਤ ਕਰਨ ਜਾਂਦੇ ਆ, ਸਮਰਥਨ ਦੇਣ ਜਾਂਦੇ ਆ, ਤਾਂ ਬਹੁਤ ਸੇਫਲੀ ਜਾਈਏ। ਇਹ ਨਾ ਹੋਈਏ ਕਿ ਆਪਾਂ ਉਹਨਾਂ ਨੂੰ ਸਾਥ ਦਿੰਦੇ ਆਪਣੇ ਜਿਹੜੇ ਪਰਿਵਾਰਕ ਜੀ ਆ ਉਹਨਾਂ ਨੂੰ ਵੀ ਸਾਰੀ ਜ਼ਿੰਦਗੀ ਦਾ ਜਿਹੜਾ ਦੁੱਖ ਦੇ ਜਾਈਏ। ਇਸ ਕਰਕੇ ਕਿਸਾਨ ਜਥੇਬੰਦੀਆਂ ਵੱਲੋਂ ਵਾਰ-ਵਾਰ ਬੇਨਤੀ ਕੀਤੀ ਜਾ ਰਹੀ ਹੈ ਕਿ ਬਹੁਤ ਸਾਵਧਾਨੀ ਦੇ ਨਾਲ ਦਿੱਲੀ ਆਇਆ ਤੇ ਵਾਪਸ ਮੁੜ ਕੇ ਜਾਇਆ ਜਾਵੇ। ਇਸ ਦੇ ਨਾਲ ਹੀ ਸਨੀ ਦਿਓਲ ਬੜੀ ਚਰਚਾ ਦੇ ਵਿੱਚ ਇਸ ਵੇਲੇ। ਸਨੀ ਦਿਓਲ ਦਾ ਇੱਕ ਹੋਰ ਬਿਆਨ ਆਇਆ, ਉਹ ਕਹਿੰਦੇ ਕਿ ਜਿਹੜੇ ਕਿਸਾਨ ਨੇ ਇਹ ਗੁੰਮਰਾਹ ਕੀਤੇ ਹੋਏ ਆ, ਇਹ ਵਿਰੋਧੀ ਪਾਰਟੀਆਂ ਦੇ ਭੁਲੇਖੇ ਵਿੱਚ ਆਏ ਹੋਏ ਆ, ਉਹਨਾਂ ਦੇ ਮਗਰ ਲੱਗੇ ਹੋਏ ਆ। ਜਿਹੜੇ ਮੋਦੀ ਸਰਕਾਰ ਨੇ ਬਿੱਲ ਪਾਸ ਕੀਤੇ ਆ, ਇਹ ਤਾਂ ਬਿੱਲ ਹਨ ਹੀ ਬਹੁਤ ਵਧੀਆ ਤੇ ਕਿਸਾਨਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਜਿਹੜੇ ਸਨੀ ਦਿਓਲ ਹੁਣੀ ਆ, ਉਹਨਾਂ ਨੂੰ ਹੁਣ ਕਿਸਾਨਾਂ ਤੋਂ ਖਤਰਾ ਪੈਦਾ ਹੋ ਗਿਆ। ਪੰਜਾਬ ਦਾ ਇੱਕ ਉਹ ਪਰਿਵਾਰ ਜਿਹਦੇ ਕਿ ਪੰਜਾਬ ਦਾ ਬੱਚਾ ਉਹਨਾਂ ਦਾ ਫੈਨ ਹੁੰਦਾ ਸੀਗਾ। ਇੱਕ ਬਿਲਟ-ਇਨ ਕਹਿ ਸਕਦੇ ਹਾਂ ਕਿ ਗੱਲ ਪੰਜਾਬੀਆਂ 'ਚ ਹੁੰਦੀ ਸੀ ਕਿ ਧਰਮਿੰਦਰ ਸਾਡਾ ਫੇਵਰੇਟ ਆ, ਧਰਮਿੰਦਰ ਤੋਂ ਬਾਅਦ ਸਨੀ ਦਿਓਲ ਸਾਡਾ ਫੇਵਰੇਟ ਆ। ਚਾਹੇ ਜਿੰਨੀ ਮਰਜ਼ੀ ਘਟੀਆ ਤੋਂ ਘਟੀਆ ਫਿਲਮ ਇਹ ਬਣਾ ਲੈਣ, ਪੰਜਾਬੀ ਜਿਹੜੀ ਆ ਉਹਨੂੰ ਹਿੱਟ ਕਰ ਦਿੰਦੇ ਸੀਗੇ ਦੇਖ ਕੇ। ਪਰ ਇਹਨਾਂ ਦੇ ਵਿੱਚੋਂ ਪੰਜਾਬੀਅਤ ਦਾ ਮੋਹ ਜਿਹੜਾ ਆ ਹੁਣ ਉੱਡਿਆ ਦਿਖਾਈ ਦੇ ਰਿਹਾ ਆ। ਜਿੰਨਾ ਚਿਰ ਇਹਨਾਂ ਨੂੰ ਲੋੜ ਸੀ ਇਹਨਾਂ ਨੇ ਪੰਜਾਬੀਅਤ ਵਰਤੀ ਆ, ਜਦੋਂ ਹੁਣ ਪੰਜਾਬ ਦੇ ਨਾਲ ਖੜਨ ਦਾ ਸਮਾਂ ਆਇਆ ਤਾਂ ਇਹ ਉੱਥੋਂ ਗਧੇ ਦੇ ਸਿੰਘਾਂ ਵਾਂਗੂ ਅਲੋਪ ਹੋ ਗਏ ਆ। ਤੇ ਹੁਣ ਉਹੀ ਸਨੀ ਦਿਓਲ ਜਿਹੜਾ ਕਿ ਪੰਜਾਬੀਆਂ ਦਾ ਚਹੇਤਾ ਸੀ, ਉਸ ਨੂੰ ਬਚਾਉਣ ਦੇ ਵਾਸਤੇ 11 ਸੁਰੱਖਿਆ ਕਰਮੀ ਲਾਏ ਗਏ ਆ। ਉਹਨੂੰ ਵਾਈ ਕੈਟਾਗਰੀ ਦੀ ਜਿਹੜੀ ਆ ਉਹ ਸਿਕਿਉਰਿਟੀ ਦਿੱਤੀ ਗਈ ਆ, ਜਿਹਦੇ ਵਿੱਚ 9 ਸੁਰੱਖਿਆ ਕਰਮਚਾਰੀ ਅਤੇ 2 ਕਮਾਂਡੋ ਜਿਹੜੇ ਆ ਉਹ ਲਾਏ ਗਏ ਆ। ਗੁਰਦਾਸ ਮਾਨ ਤੋਂ ਬਾਅਦ ਸ਼ਾਇਦ ਇਹ ਦਿਓਲ ਪਰਿਵਾਰ ਜਿਹੜਾ ਅਜਿਹਾ ਪਰਿਵਾਰ ਬਣ ਗਿਆ ਜਿਹੜਾ ਕਿ ਪੰਜਾਬੀਆਂ ਦੇ ਮਨੋਂ ਲੈ ਗਿਆ। ਤੇ ਇਹ ਪੈਸੇ ਬਹੁਤ ਬਣਾ ਸਕਦੇ ਆ, ਇਹ
ਭਾਜਪਾ ਦੇ ਮੰਤਰੀ ਬਣ ਸਕਦੇ ਆ, ਹੋਰ ਬਹੁਤ ਕੁਝ ਖੱਟ ਸਕਦੇ ਆ, ਪਰ ਪੰਜਾਬੀਆਂ ਦਾ ਪਿਆਰ ਜਿਹੜਾ ਇਹਨਾਂ ਨੂੰ ਮਿਲਦਾ ਸੀਗਾ ਉਹਦੇ ਵਾਸਤੇ ਸਦਾ ਲਈ ਵਿਰਵੇ ਹੋ ਗਏ ਆ। ਇਸ ਦੇ ਨਾਲ ਹੀ ਬਹੁਤ ਸਾਰੇ ਲੋਕ ਜਿਹੜੇ ਹੋਰ ਨੇ ਉਹ ਅੱਡ-ਅੱਡ ਸੂਬਿਆਂ ਤੋਂ ਪਹੁੰਚ ਰਹੇ ਆ, ਮੁਲਾਜ਼ਮ ਪਹੁੰਚ ਰਹੇ ਆ, ਜਿਹੜੇ ਕਿ ਨੌਕਰੀ ਪੇਸ਼ਾ ਨੇ, ਮਜ਼ਦੂਰ ਆ ਰਹੇ ਆ, ਪੁਲਿਸ ਮੁਲਾਜ਼ਮਾਂ ਨੇ ਜਾ ਕੇ ਮੈਡਲ ਜਿਹੜੇ ਆ ਮੋੜੇ ਆ। ਇਸੇ ਤਰ੍ਹਾਂ ਰੁਦਰਪੁਰ ਉੱਤਰਾਖੰਡ ਦੇ ਵਿੱਚ ਭਾਜਪਾ ਦੀ ਇੱਕ ਰੈਲੀ ਨੂੰ ਕਿਸਾਨਾਂ ਨੇ ਘੇਰਿਆ ਆ। ਤੇ ਯੂਪੀ ਦੇ ਵਿੱਚ ਲਖਨਊ ਵਿਖੇ ਜਿਹੜੇ ਸਾਬਕਾ ਫੌਜੀ ਇਕੱਠੇ ਹੋਏ ਆ, ਸਾਬਕਾ ਫੌਜੀਆਂ ਨੇ ਇਕੱਠੇ ਹੋ ਕੇ ਕਿਸਾਨ ਮੋਰਚੇ ਨੂੰ ਹਮਾਇਤ ਕਿਵੇਂ ਦਿੱਤੀ ਆ, ਆਓ ਤੁਹਾਨੂੰ ਇਸ ਵੀਡੀਓ ਵਿੱਚ ਦਿਖਾਉਂਦੇ ਹਾਂ। दिन से हमारे देश के अन्नदाता, हमारे किसान आज पूरी दिल्ली के चारों तरफ ऐसी इसी ठंड के अंदर वहां पर पड़े हुए हैं। कुछ जिस देश के अंदर काले कानून लाए गए हों, किसानों के अहित में जो कानून लाए गए हों, उसी को लेकर के आज पूरे देश के सैनिकों ने यहाँ पर एक जो है सभा करी है लखनऊ के अंदर। जयप्रकाश मिश्रा साहब के नेतृत्व में मैं धन्यवाद करता हूँ साहब को कि आपने इतना इनिशिएटिव लेकर के यहाँ जितने भी उत्तर प्रदेश के सैनिक हैं, और आपका मैसेज नॉट ओनली उत्तर प्रदेश, आप पूरे देश में जो है आपका मैसेज गया है। हम भी किसी पत्र अपने न्यूज पेपर के माध्यम से आपका मैसेज पढ़ा और हमें बड़ी खुशी हुई कि आपने इतनी इनिशिएटिव लेकर के पूरे देश के सैनिकों को लामबंद कर रहे हैं। और मैं आपके चैनल के माध्यम से रिक्वेस्ट करूंगा, जितने भी मेरे देश के सैनिक हैं, आओ हम सब किसान के बेटे हैं। हम किसी धन्ना सेठ या फैक्ट्री मालिक या किसी गद्दार नेता के बेटे नहीं हैं, हम तो सैनिक के बेटे हैं, हम किसान के बेटे हैं। हम किसान के घर से अच्छे से संस्कार लेकर के देश की सीमाओं की हिफाजत करने जाते हैं और देश की रक्षा करते हैं, अपने प्राणों की बाजी लगाते हैं। हम लोगों को भी अपने पिताओं के साथ, किसानों के साथ और अपने भाइयों के साथ कंधे से कंधा मिला करके इन काले कानूनों को वापस लेने के लिए पूरी ताकत के साथ दिल्ली कूच करना होगा। और जो गूंगी बहरी सरकारें हैं, जो अहंकार के अंदर आ चुकी हैं, मैं कहना चाहूंगा मोदी साहब, आप वहां पर कोई तलवार की लड़ाई जीत करके नहीं आए, कोई युद्ध जीत करके नहीं आए। आप इन्हीं किसानों ने आपको उस मुकाम पर बिठाया है, उस गद्दी पर बिठाया है। यदि आज आप इन किसानों की अनदेखी करेंगे, आने वाला वक्त आपको बताएगा, आपको वापस जो है रसातल में दफनाएंगे, यही किसान दफनाएंगे। मैं चैलेंज करता हूं, या तो आप सुधर जाइए, हम आपको अभी भी मौका दे रहे हैं, और या फिर जो है इन किसानों के जो अहित के जो कानून है उनको बैक ले लीजिए। ਸੋ ਇਹ ਸੀ ਲਖਨਊ ਦੇ ਵਿੱਚ ਸਾਬਕਾ ਫੌਜੀਆਂ ਵੱਲੋਂ ਕਿਸਾਨ ਮੋਰਚੇ ਨੂੰ ਦਿੱਤੀ ਗਈ ਹਮਾਇਤ ਦੀ ਵੀਡੀਓ। ਤੇ ਅਖੀਰ ਵਿੱਚ ਆਪਾਂ ਗੱਲ ਕਰਦੇ ਹਾਂ ਅੰਦੋਲਨ ਦੀ। ਅੰਦੋਲਨ ਕਿੱਧਰ ਨੂੰ ਜਾ ਰਿਹਾ? ਕਈ ਲੋਕਾਂ ਨੂੰ ਵੈਸੇ ਹੀ ਲੱਗਦਾ ਹੁੰਦਾ ਕਿ ਹਾਏ ਮਰ ਗਏ, ਅੰਦੋਲਨ ਦਾ ਕੁਝ ਬਣ ਨਹੀਂ ਰਿਹਾ, ਕੁਝ ਦਿਸ ਨਹੀਂ ਰਿਹਾ, ਪਰ ਬਹੁਤ ਕੁਝ ਗੱਲਾਂ ਜਿਹੜੀਆਂ ਅਣਦਿਸਦੀਆਂ ਹੁੰਦੀਆਂ। ਜਿਵੇਂ ਕਿ ਆਪਾਂ ਗੱਲ ਕਰੀਏ ਕਿ ਇਹ ਜਿਹੜਾ ਅੰਦੋਲਨ ਆ ਇਹ ਸਰਕਾਰ ਦੇ ਖਿਲਾਫ ਆ, ਵੱਡੇ ਵੱਡੇ ਸਰਮਾਏਦਾਰ ਜਿਹੜੇ ਆ ਅਬਾਨੀ ਅਡਾਨੀ ਵਰਗੇ ਵਿੱਚ ਫੇਸਬੁੱਕ ਕਰਕੇ ਉਹਨਾਂ ਦੇ ਖਿਲਾਫ ਆ। ਤੇ ਇਹਦੇ ਟੀਚੇ ਜਿਹੜੇ ਆ ਹੌਲੀ ਹੌਲੀ ਸਰ ਜਿਹੜੇ ਆ ਹੋਣੇ ਆ। ਤੇ ਸਰਮਾਏਦਾਰ ਨੂੰ, ਸਟੇਟ ਨੂੰ ਸੱਟ ਮਾਰਨ ਦਾ ਜਿਹੜਾ ਸਭ ਤੋਂ ਵੱਡਾ ਤਰੀਕਾ ਹੁੰਦਾ ਕਿਸੇ ਮੋਰਚੇ ਦਾ, ਉਹ ਹੁੰਦਾ ਫਾਈਨੈਂਸ਼ੀਅਲ ਨੁਕਸਾਨ। ਤੇ ਫਾਈਨੈਂਸ਼ੀਅਲ ਨੁਕਸਾਨ, ਬਿਜ਼ਨਸ ਦਾ ਨੁਕਸਾਨ ਇਸ ਮੋਰਚੇ ਵੱਲੋਂ ਬਹੁਤ ਵੱਡੀ ਪੱਧਰ ਦੇ ਉੱਤੇ ਕੀਤਾ ਜਾ ਰਿਹਾ। ਪਿਛਲੇ 20 ਦਿਨਾਂ ਦੇ ਵਿੱਚ 70,000 ਕਰੋੜ ਰੁਪਏ ਦਾ ਘਾਟਾ ਜਿਹੜਾ ਆ ਉਹ ਪੈ ਚੁੱਕਾ ਆ। 3500 ਕਰੋੜ ਰੁਪਏ ਦਾ ਘਾਟਾ ਜਿਹੜਾ ਰੋਜ਼ ਪੈ ਰਿਹਾ ਆ। ਹਰਿਆਣਾ ਦੇ ਵਿੱਚ ਵੀ ਬੀਜੇਪੀ ਦੀ ਸਰਕਾਰ ਆ, ਹਿਮਾਚਲ ਵਿੱਚ ਵੀ ਬੀਜੇਪੀ ਦੀ ਸਰਕਾਰ ਆ। ਉੱਥੋਂ ਦਾ ਕਾਰੋਬਾਰ ਜਿਹੜਾ ਠੱਪ ਹੋ ਕੇ ਰਹਿ ਗਿਆ, ਟੂਰਿਜ਼ਮ ਸਾਰਾ ਬੰਦ ਹੋ ਕੇ ਰਹਿ ਗਿਆ, ਰੋਜ਼ਾਨਾ ਜਿਹੜਾ ਆ ਉਹ ਘਾਟਾ ਪੈ ਰਿਹਾ ਆ। ਉੱਤਰੀ ਭਾਰਤ ਦੀ ਜਿਹੜੀ ਇਕੱਲਿਆਂ ਦੀ ਇਕੋਨਮੀ ਆ 16 ਲੱਖ ਕਰੋੜ ਦੀ ਆ, ਜਿਹੜੀ ਕਿ ਪਹਿਲਾਂ ਹੀ ਕੋਵਿਡ ਦੇ ਕਰਕੇ ਮਾਰ ਹੇਠ ਸੀਗੀ। ਕਿਸਾਨ ਮੋਰਚਾ ਉਹਨੂੰ ਬਹੁਤ ਵੱਡਾ ਡੈਂਟ ਪਾ ਰਿਹਾ ਆ। ਭਾਰਤ ਦੀ ਜਿਹੜੀ ਸਨਅਤ ਆ, ਇੰਡਸਟਰੀ ਆ, ਉਹਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਰੋਜ਼ ਦੀ ਰੋਜ਼ ਵੱਧ ਰਿਹਾ ਕਿ ਸਾਡਾ ਬਹੁਤ ਨੁਕਸਾਨ ਹੋ ਰਿਹਾ ਆ। ਇਹ ਕਿਸਾਨ ਮੋਰਚਾ ਜਿਹੜਾ ਆ ਜਲਦ ਤੋਂ ਜਲਦ ਮੁਕਾਇਆ ਜਾਵੇ। ਸੋ ਜਿੰਨਾ ਚਿਰ ਤੁਸੀਂ ਸਬਰ ਕਰਕੇ ਬੈਠੇ ਰਹੋਗੇ ਕਿਸਾਨ ਮੋਰਚੇ ਵਾਲੇ, ਉਨਾ ਚਿਰ ਇਹੀ ਜਲਦੀ ਸਰਕਾਰ ਜਿਹੜੀ ਆ ਤੁਹਾਡੀਆਂ ਮੰਗਾਂ ਮੰਨੂਗੀ। ਜੀਓ ਨੂੰ ਸੇਕ ਲੱਗਣ ਲੱਗ ਪਿਆ ਆ। ਅੰਬਾਨੀ ਹੁਣੀ ਚਿੱਠੀਆਂ ਲਿਖ ਰਹੇ ਆ ਕਿ ਧੜ ਲੋਕ ਜਿਹੜੇ ਸਾਡੇ ਕਨੈਕਸ਼ਨ ਕਟਾ ਰਹੇ ਆ। ਰਿਲਾਇੰਸ ਕੰਪਨੀ ਦਾ ਸ਼ੇਅਰ ਜਿਹੜਾ ਕਿਸਾਨ ਮੋਰਚੇ ਦੇ ਦੌਰਾਨ ਤਕਰੀਬਨ 3.5 ਤੋਂ 4% ਜਿਹੜਾ ਆ ਡਿੱਗ ਪਿਆ ਆ। ਇਹਨੂੰ ਸਿਰਫ 3-4% ਨਾ ਦੇਖੋ, ਜਦੋਂ ਤੁਸੀਂ ਇਹਨੂੰ ਟ੍ਰਿਲੀਅਨਸ ਦੇ ਵਿੱਚ ਜਮ੍ਹਾਂ ਘਟਾਓ ਕਰਦੇ ਆ ਤੇ ਇਹ ਘਾਟਾ ਜਿਹੜਾ ਆ ਉਹ ਬਿਲੀਅਨਸ ਆਫ ਡਾਲਰ ਦਾ ਅੰਬਾਨੀਆਂ ਨੂੰ ਪੈ ਰਿਹਾ ਆ। ਸੋ ਅਜਿਹੇ ਨਤੀਜੇ ਜਿਹੜੇ ਹੁੰਦੇ ਮੋਰਚਿਆਂ ਦੇ, ਇਹ ਬਹੁਤ ਛੇਤੀ ਨਹੀਂ ਨਿਕਲਦੇ। ਇਹ ਕੋਈ ਹੱਟੀ ਨਹੀਂ ਹੈਗੀ ਕਿ ਸ਼ਾਮ ਨੂੰ ਗੱਲਾਂ ਖੋਲ੍ਹ ਕੇ ਗਿਣ ਲਿਆ। ਇਹ ਕਿਸਾਨ ਦੀ ਫਸਲ ਵਾਂਗ ਆ ਮੋਰਚਾ, ਹੁਣ ਬੀਜੀ ਆ, ਕੁਝ ਮਹੀਨਿਆਂ ਤੱਕ ਨਤੀਜਾ ਜਿਹੜਾ ਨਿਕਲੂਗਾ। ਮੋਰਚੇ 'ਤੇ ਬੈਠੇ ਸਾਰੇ ਲੋਕ ਚੜ੍ਹਦੀ ਕਲਾ ਦੇ ਵਿੱਚ ਆ। ਤੁਸੀਂ ਵੀ ਚੜ੍ਹਦੀ ਕਲਾ ਵਿੱਚ ਰਿਹਾ ਕਰੋ, ਚੜ੍ਹਦੀ ਕਲਾ ਵਾਲੀ ਗੱਲ ਕਰਿਆ ਕਰੋ, ਉਹਨਾਂ ਨੂੰ ਹੌਸਲਾ ਦਿਆ ਕਰੋ ਤਾਂ ਕਿ ਇਹ ਮੋਰਚਾ ਜਿਹੜਾ ਜਲਦ ਸਫਲ ਹੋਵੇ। ਗੁਰੂ ਅੰਗ ਸੰਗ ਸਹਾਈ ਹੋਣਾ, ਮੋਰਚੇ ਨੇ ਫਤਿਹ ਹੋਣਾ ਹੀ ਹੋਣਾ। ਇੱਥੇ ਮੈਂ ਤੁਹਾਡੇ ਤੋਂ ਇਜਾਜ਼ਤ ਲੈਂਦਾ। ਇੱਕ ਵਾਰੀ ਫਿਰ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। The Sahora Show is brought to you by Mahindra Jewelers and Fibertech.